अच्छा वो बीमार हो गई है बाली भी धुरन से भी दर्शन लग गई, रोटी पानी ना बने, वो मुंडा अपने घर चक के ले गए। ਤਾਂ ਬਿਲਕੁਲ ਇੱਧਰਲੀ ਤਾਂ ਬਿਲਕੁਲ ਹੀ ਖਤਮ ਸੀ ਪਹਿਲਾਂ ਜੰਮ ਨੂੰ ਹੈ ਜੀ। ਤੇ ਇਹਦੀ 25% ਨਿਗਾਹ ਸੀਗੀ, 20 ਸਾਲ ਹੋ ਗਏ ਹੁਣ ਉਹ ਵੀ ਬੰਦ ਹੋ ਗਈ। ਮੈਂ ਦੋਵੇਂ ਭਾਈ ਹੋਈ। ਦੋਨੇ ਭਾਈ ਹੈਗੇ, ਪਿਤਾ ਜੀ ਦੀ ਡੈਥ ਹੋਈ, ਫਿਰ ਉਸ ਤੋਂ ਬਾਅਦ ਮਦਰ ਜੀ ਦੀ ਡੈਥ ਹੋਈ। ਹਾਂਜੀ ਤੁਸੀਂ ਤੁਹਾਡਾ ਵਿਆਹ ਨਹੀਂ ਹੋਇਆ? ਹੋਇਆ ਤਾਂ ਜੀ, ਉਹਨਾਂ ਨਾਲ ਕੁਛ ਬਣੀ ਨਹੀਂ, ਫਿਰ ਮਤਲਬ ਉਹਨਾਂ ਤਲਾਕ ਹੋ ਗਈ। ਉਹ ਤੋਂ ਬਾਅਦ ਉਹਨਾਂ ਦੀ 2 ਸਾਲ ਬਾਅਦ ਡੈਥ ਹੋ ਗਈ ਰਿਟਾਇਰ ਤੋਂ ਬਾਅਦ। ਤੇ ਮੇਰੀ ਮੰਮੀ ਨੂੰ ਪੈਨਸ਼ਨ ਲੱਗੀ 10,000 ਰੁਪਈਆ ਜੀ। ਅੱਛਾ ਅੱਛਾ ਜੀ। ਤੇ ਉਹਦੇ ਨਾਲ ਸਾਡਾ ਘਰ ਦਾ ਗੁਜ਼ਾਰਾ ਜਾਂਦਾ ਸੀ। ਤੇ ਹੁਣ ਮਾਤਾ ਜੀ ਕਿੱਥੇ ਨੇ ਤੁਹਾਡੇ? ਡੈਥ ਹੋ ਗਈ 1.5 ਸਾਲ ਹੋ ਗਏ। ਅੱਛਾ, ਉਹਨਾਂ ਦੀ ਵੀ ਡੈਥ ਹੋ ਗਈ। ਹਾਂਜੀ। ਜਦੋਂ ਮੇਰੀ ਨਿਗਾਹ ਬੰਦ ਹੋ ਗਈ, ਫਿਰ ਉਹਨਾਂ ਨੂੰ ਮੌਕਾ ਮਿਲ ਗਿਆ ਗਾਹ ਪਾਉਣ ਦਾ। ਫਿਰ ਉਹਨੇ ਕਹਿੰਦੇ ਹੁਣ ਅਸੀਂ ਕਰਾਂਗੇ ਕੀ, ਸਾਡੀ ਕੁੜੀ ਕੀ ਖਾਊਗੀ, ਆਏ ਫਲਾਣਾ ਕਿਤੇ ਗੱਲ ਨਾ ਕਰਨਾ। ਫਿਰ ਉਸ ਤੋਂ ਬਾਅਦ ਫਿਰ ਪੰਚਾਇਤ ਤਲਾਕ ਦਿੱਤਾ ਜੀ ਉਹਨੂੰ। ਬਾਕੀ ਜਿੱਦਣ ਮੌਤ ਹੋਣੀ ਸੀ ਉਹਨਾਂ ਦੀ, ਜਦ ਡਾਕਟਰ ਨੇ ਜਵਾਬ ਦੇ ਦਿੱਤਾ, ਉਸ ਤੋਂ ਬਾਅਦ ਫਿਰ ਇਹਨਾਂ ਨੇ ਫੋਨ ਕੀਤਾ ਵੀ ਭਾਈ ਇੱਕਣ ਹੋ ਗਿਆ। ਕਹਿੰਦੇ ਵੀ ਉਹਨੇ ਜਵਾਬ ਦਿੱਤਾ, ਮੁੰਡੇ ਨੇ ਕਹਿੰਦਾ ਵੀ ਮੈਂ ਕੀ ਕਰਾਂ। ਉੱਥੇ ਸਾਨੂੰ ਹਸਪਤਾਲ 'ਚ ਜਵਾਬ ਨੇ ਇਹ ਕੌਣ ਹੈਗੇ ਨੇ ਤੁਹਾਡੇ? ਯਾਰ ਦੋਸਤ ਹੀ ਮੁੰਡਾ ਮੇਰਾ। ਤਾਂ ਕਰਦੇ ਪਰ ਹੁਣ ਕਰੀਏ ਕੀ, ਪਰਮਾਤਮਾ ਅੱਗੇ ਕੋਈ ਜ਼ੋਰ ਨਹੀਂ ਹੈ। ਡਾਕਟਰ ਨੂੰ ਤੁਸੀਂ ਚੈੱਕ ਨਹੀਂ ਕਰਵਾਇਆ ਕਿ ਅੱਖਾਂ ਦਾ ਕੋਈ? ਕਹਿੰਦੇ ਵੀ ਇਹਦਾ ਬਣਨਾ ਨਹੀਂ, ਤੇਰੇ ਕਾਲਾ ਮੋਤੀ ਦੀ ਵੀ ਤਾਂ ਕੁਝ ਨਹੀਂ ਬਣਨਾ ਜੀ ਹੁਣ। ਪੈਨਸ਼ਨ ਬੰਦ ਹੋ ਗਈ, ਉਸ ਤੋਂ ਬਾਅਦ ਹੁਣ ਮੰਗ ਤੰਗ ਕੇ ਗੁਜ਼ਾਰਾ ਜਿਹੜਾ ਹੋ ਰਿਹਾ। ਕੋਈ ਅਜਿਹਾ ਵੀ ਦਿਨ ਆਇਆ ਜਦੋਂ ਘਰ ਵਿੱਚ ਖਾਣ ਨੂੰ ਕੁਝ ਨਹੀਂ ਸੀ ਤੇ ਤੁਸੀਂ ਉਡੀਕ ਕਰਦੇ ਰਹੇ ਕਿ ਖਾਣਾ ਖਾਣਾ? ਕੋਈ ਦਿਨ ਆਇਆ ਅੱਜ? ਬਹੁਤ ਹੋਣੇ ਸੀ। ਉਹਨਾਂ ਨੂੰ ਫੋਨ ਕਰਿਆ, ਮਾਂ ਜੀ ਮੈਂ ਬਿਮਾਰ ਹਾਂ। ਉਹ ਕਹਿੰਦੇ ਵੀ ਕੀ ਚੱਕਰ ਆ ਮਾਂ ਜੀ, ਇੱਕਣ ਵੀ ਅਸੀਂ ਦੋਵੇਂ ਭਰਾ ਅੱਖਾਂ ਵੇਖਣਾ ਵੀ ਸਾਨੂੰ ਨਾ, ਸਾਨੂੰ ਮੈਨੂੰ ਪੈਨਸ਼ਨ ਮਿਲਦੀ ਹੈ 750 ਵੀ ਬੰਦ ਹੋ ਗਈ ਮੇਰੀ ਵੀ ਮੈਂ ਬਿਮਾਰ ਹਾਂ। 2000 ਰੁਪਏ ਭੇਜੇ ਤੇ ਜੀ, 1000 ਰੁਪਏ ਇਹਨਾਂ ਨੂੰ ਦੇ ਦਿੱਤਾ, 1000 ਮੈਂ ਰੱਖ ਲਿਆ। ਤੁਸੀਂ ਸੋਚਿਆ ਸੀਗਾ ਕਿ ਜਿਵੇਂ ਕੁੜੀ ਹੋਏਗੀ ਉਹਨੂੰ ਪੜਾਉਣਾ ਹੈ, ਉਸਨੂੰ ਕੀ ਕੁਝ ਬਣਾਉਣਾ ਹੈ, ਕੀ ਸੋਚਿਆ ਸੀ? ਕੁੜੀ ਨੂੰ ਕੀ ਬਣਾਉਣ ਬਾਰੇ ਸੋਚਿਆ ਸੀ? ਜਿਸ ਤਰ੍ਹਾਂ ਵੀ ਆਪਣੀ ਬੇਟੀ ਨੂੰ ਪੜ੍ਹਾ ਕੇ, ਜਿਸ ਤਰ੍ਹਾਂ ਸਾਡੇ ਪੰਜਾਬ 'ਚ ਪੰਜਾਬ ਪੁਲਿਸ ਸਾਡੇ ਪਿਤਾ ਜੀ ਦੇ, ਇਸ ਤਰ੍ਹਾਂ ਵੀ ਇਹਦੇ ਵੀ ਵਰਦੀ ਪਾਉਂਗਾ, ਸਾਡੇ ਘਰ ਦੇ ਵਿੱਚੋਂ ਪੰਜਾਬ ਪੁਲਿਸ ਦਾ ਅਹੁਦਾ ਜਾਵੇ ਨਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਅਮਨ ਮੋਹਨ ਮੋਹਜਾਲ। ਸੋ ਦਰਸ਼ਕੋ, ਬਚਪਨ ਦੇ ਵਿੱਚ ਅਸੀਂ ਇੱਕ ਕਹਾਣੀ ਸੁਣੀ ਹੋਈ ਹੈ, ਤੁਸੀਂ ਵੀ ਸੁਣੀ ਹੋਣੀ ਹੈ। ਜਦੋਂ ਅਸੀਂ ਸਕੂਲ ਜਾਂਦੇ ਸੀ, ਸਾਡੇ ਅਧਿਆਪਕ ਸਾਨੂੰ ਦੱਸਦੇ ਸਨ ਕਿ ਇੱਕ ਪਿੰਡ ਦੇ ਵਿੱਚ ਇੱਕ ਲੰਗੜਾ ਤੇ ਇੱਕ ਅੰਨਾ ਰਹਿੰਦੇ ਨੇ। ਉਸ ਪਿੰਡ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗ ਜਾਂਦੀ ਹੈ ਤੇ ਸਾਰੇ ਪਿੰਡ ਵਾਲੇ ਭੱਜਦੇ ਨੇ, ਭਾਜੜਾਂ ਪੈ ਜਾਂਦੀਆਂ ਨੇ, ਪਰ ਕੋਈ ਵੀ ਨਹੀਂ ਸੋਚਦਾ ਕਿ ਉਸ ਅੰਨੇ ਤੇ ਉਸ ਲੰਗੜੇ ਦਾ ਕੀ ਬਣੂਗਾ। ਪਰ ਉਹ ਦੋਨੇ ਜਣੇ ਰਲ ਕੇ ਇੱਕ ਦੂਜੇ ਦੀ ਮਦਦ ਕਰਦੇ ਨੇ। ਜਿਹੜਾ ਨੇਤਰਹੀਨ ਹੁੰਦਾ ਹੈ ਸ਼ਖਸ, ਉਹ ਲੰਗੜੇ ਨੂੰ ਕਹਿੰਦਾ ਤੂੰ ਮੇਰੇ ਉੱਪਰ ਬਹਿ ਜਾ ਮੋਢਿਆਂ ਦੇ ਉੱਤੇ ਤੇ ਮੈਨੂੰ ਰਾਹ ਤੂੰ ਦੱਸੀ ਚੱਲੀ, ਤੇ ਰਾਹ ਤੂੰ ਦੱਸੀ ਚੱਲੇਗਾ ਤੇ ਅਸੀਂ ਉਸੇ ਰਾਹ ਪੈ ਜਾਵਾਂਗੇ ਤੇ ਅਸੀਂ ਵੀ ਆਪਣੀ ਜਾਨ ਬਚਾ ਲਵਾਂਗੇ। ਉਹ ਇੱਦਾਂ ਹੀ ਕਰਦੇ ਨੇ ਤੇ ਜਿਹੜਾ ਲੰਗੜਾ ਹੁੰਦਾ ਉਹ ਅੰਨੇ ਦੇ ਮੋਢਿਆਂ ਉੱਤੇ ਬਹਿ ਜਾਂਦਾ ਹੈ ਤੇ ਉਹ ਰਾਹ ਦੱਸੀ ਜਾਂਦਾ ਹੈ ਤੇ ਦੋਨੋਂ ਜਾਨ ਬਚਾ ਲੈਂਦੇ ਨੇ। ਜਦੋਂ ਇਹ ਕਹਾਣੀ ਅੱਜ ਤੋਂ ਕਈ ਸਾਲ ਪਹਿਲਾਂ ਮੇਰੀ ਅਧਿਆਪਕ ਮੈਨੂੰ ਸੁਣਾ ਰਹੀ ਸੀ ਤਾਂ ਮੈਂ ਛੋਟਾ ਸੀ ਉਸ ਵੇਲੇ। ਤੋਤਲੀ ਆਵਾਜ਼ ਦੇ ਵਿੱਚ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ, ਪਤਾ ਨਹੀਂ ਕਿਸ ਨਜ਼ਰੀਏ ਨਾਲ ਉਸ ਵੇਲੇ ਸਵਾਲ ਕੀਤਾ ਹੋਣਾ ਕਿ ਮੈਡਮ ਜੇ ਦੋਨੋਂ ਹੀ ਅੱਖਾਂ ਤੋਂ ਨਾ ਦੇਖ ਸਕਦੇ ਹੁੰਦੇ ਤਾਂ ਫਿਰ ਉਹ ਕੀ ਕਰਦੇ। ਤੇ ਉਸ ਵੇਲੇ ਉਸ ਮੈਡਮ ਦਾ ਕਹਿਣਾ ਸੀ, ਪੁੱਤ ਐਵੇਂ ਦਾ ਦਿਨ ਤਾਂ ਕੋਈ ਵੀ ਕਿਸੇ ਨੂੰ ਨਾ ਦਿਖਾਵੇ। ਪਰ ਅੱਜ ਅਸੀਂ ਆਪਣੇ ਆਪ ਨੂੰ ਵੀ ਬਦਕਿਸਮਤ ਸਮਝਦੇ ਹਾਂ ਕਿ ਅੱਜ ਮੈਂ ਉਹ ਦੋ ਸ਼ਖਸ ਦੇਖ ਰਿਹਾ ਤੇ ਜਿਨ੍ਹਾਂ ਦੀ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਹਨੇਰ ਹੋ ਚੁੱਕੀ ਹੈ, ਹਨੇਰੀ ਰਾਤ ਹੋ ਚੁੱਕੀ ਹੈ। ਪਰ ਬੜਾ ਵੱਡਾ ਸਵਾਲ ਹੈਗਾ ਕਿ ਇਸ ਰਾਤ ਦੀ ਸਵੇਰ ਕਦੋਂ ਹੋਵੇਗੀ
ਸੋ ਅਸੀਂ ਪਿੰਡ ਬਡਲਾ ਕੋਟਲਾ ਪੁੱਜੇ ਹੋਏ ਹਾਂ ਤੇ ਖਮਾਣੋ ਦੇ ਬਿਲਕੁਲ ਨੇੜੇ ਇਹ ਪਿੰਡ ਪੈਂਦਾ ਹੈ। ਅੱਜ ਉਹ ਦੋ ਭਰਾਵਾਂ ਦੀ ਤੁਹਾਨੂੰ ਅਸੀਂ ਕਹਾਣੀ ਦਿਖਾਵਾਂਗੇ ਜੋ ਅੱਖਾਂ ਤੋਂ ਬਿਲਕੁਲ ਨਹੀਂ ਦੇਖ ਸਕਦੇ। ਉਹਨਾਂ ਦੀ ਹਨੇਰੀ ਜਿਹੜੀ ਰਾਤ ਹੈਗੀ ਹੈ, ਹਨੇਰੀ ਜ਼ਿੰਦਗੀ ਹੈਗੀ ਹੈ, ਤੇ ਸਵੇਰ ਦੀ ਕੀ ਆਸ ਹੈਗੀ ਹੈ ਜਾਂ ਨਹੀਂ ਹੈਗੀ, ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਅਸੀਂ। ਸੋ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ। ਸਭ ਤੋਂ ਪਹਿਲਾਂ ਬਾਈ ਜੀ, ਕੀ ਨਾਮ ਤੁਹਾਡਾ ਜੀ? ਬਲਿਹਾਰ ਸਿੰਘ ਹੈ ਜੀ। ਬਲਿਹਾਰ ਸਿੰਘ ਜੀ। ਤੇ ਤੁਸੀਂ ਇੱਥੇ ਪਿੰਡ ਜਿਹੜਾ ਬੈਠੇ ਆਪਾਂ, ਇਹ ਬਡਲਾ ਕੋਟਲਾ ਕੋਟਲਾ ਪਿੰਡ ਹੈ ਕਿ ਬਡਲਾ ਹੈ? ਕੋਟਲਾ ਜੀ ਬਲਡੇ ਦਾ। ਅੱਛਾ। ਹਾਂਜੀ। ਤੇ ਬਲਿਹਾਰ ਸਿੰਘ ਜੀ, ਜਿੱਦਾਂ ਕਿ ਮੈਨੂੰ ਪਤਾ ਲੱਗਿਆ ਤੁਸੀਂ ਅੱਖਾਂ ਤੋਂ ਨਹੀਂ ਦੇਖ ਸਕਦੇ, ਹੈ ਨਾ? ਤੇ ਦੋਵਾਂ ਅੱਖਾਂ ਤੋਂ ਨਹੀਂ ਦੇਖ ਸਕਦੇ ਤੁਸੀਂ? ਦੋਨਾਂ ਤੋਂ ਜੀ। ਕਿੰਨੀ ਉਮਰ ਤੋਂ ਤੁਹਾਨੂੰ ਪ੍ਰੋਬਲਮ ਆਈ ਹੈ? ਇਹ 20 ਸਾਲ ਹੋ ਗਏ ਜੀ। 20 ਸਾਲ ਹੋ ਗਏ। ਤੇ 20 ਸਾਲ ਜਦੋਂ ਕੋਈ ਜਿਹੜੀ ਪਹਿਲਾਂ ਅੱਖ ਸੀਗੀ ਉਹ ਵੀ ਨਹੀਂ ਕੰਮ ਕਰਦੀ ਸੀ? 20 ਸਾਲ ਤੋਂ ਉਹ ਵੀ ਹਟ ਗਈ ਜੀ। ਇੱਕ ਤਾਂ ਪਹਿਲੇ ਬਿਲਕੁਲ ਇੱਧਰਲੀ ਤਾਂ ਬਿਲਕੁਲ ਹੀ ਖਤਮ ਸੀ, ਪਹਿਲਾਂ ਜੰਮ ਨੂੰ ਹੈ ਜੀ। ਤੇ ਇਹਦੀ 25% ਨਿਗਾਹ ਸੀ ਜੀ। 20 ਸਾਲ ਹੋ ਗਏ, ਹੁਣ ਉਹ ਵੀ ਬੰਦ ਹੋ ਗਈ ਜੀ। ਅੱਛਾ ਅੱਛਾ। ਕਿੰਨੀ ਉਮਰ ਹੋ ਗਈ ਤੁਹਾਡੀ? ਮੇਰੀ ਉਮਰ 45 ਸਾਲ ਹੋ ਗਈ ਜੀ। 45 ਸਾਲ ਉਮਰ ਹੋ ਗਈ। ਤੇ ਤੁਸੀਂ ਦੱਸ ਰਹੇ ਹੋ ਕਿ ਇੰਨੇ ਸਾਲਾਂ ਤੋਂ ਤੁਸੀਂ ਦੁਨੀਆ ਨਹੀਂ ਦੇਖੀ, ਹੈ ਨਾ? ਤੇ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਸਨ? ਪੰਜਾਬ ਪੁਲਿਸ ਤੇ ਜੀ। ਪੰਜਾਬ ਪੁਲਿਸ। ਕੀ ਨਾਮ ਸੀ ਉਹਨਾਂ ਦਾ? ਸੰਤਾ ਸਿੰਘ ਜੀ। ਸੰਤਾ ਸਿੰਘ। ਪੰਜਾਬ ਪੁਲਿਸ 'ਚ ਕਿੰਨੇ ਸਾਲ ਕੰਮ ਕੀਤਾ ਉਹਨਾਂ ਨੇ? ਉਹਨੂੰ ਪਤਾ ਨਹੀਂ ਜੀ, ਕੁਛ ਬਿਮਾਰ ਹੋ ਗਏ ਸੀਗੇ, ਉਹ ਰਿਟਾਇਰਮੈਂਟ ਉਹਨਾਂ ਨੇ ਛੁੱਟੀ ਲੈ ਕੇ ਰਿਟਾਇਰਮੈਂਟ ਲੈ ਲਈ ਸੀ। ਅੱਛਾ। ਫਿਰ ਤੁਹਾਡਾ ਜਿਹੜਾ ਹੈਗਾ ਸੀ, ਉਹਨਾਂ ਦੀ ਰਿਟਾਇਰਮੈਂਟ ਹੋ ਗਈ ਸੀ, ਫਿਰ ਉਸ ਤੋਂ ਬਾਅਦ ਉਹਨਾਂ ਦੀ 2 ਸਾਲ ਬਾਅਦ ਡੈਥ ਹੋ ਗਈ ਰਿਟਾਇਰ ਤੋਂ ਬਾਅਦ। ਤੇ ਮੇਰੀ ਮੰਮੀ ਨੂੰ ਪੈਨਸ਼ਨ ਲੱਗੀ 10,000 ਰੁਪਈਆ ਜੀ। ਅੱਛਾ ਅੱਛਾ ਜੀ। ਤੇ ਉਹਦੇ ਨਾਲ ਸਾਡਾ ਘਰ ਦਾ ਗੁਜ਼ਾਰਾ ਚੱਲਦਾ ਸੀ ਜੀ। ਤੇ ਹੁਣ ਮਾਤਾ ਜੀ ਕਿੱਥੇ ਨੇ ਤੁਹਾਡੇ? ਉਹ ਡੈਥ ਹੋ ਗਈ 1.5 ਸਾਲ ਹੋ ਗਏ ਜੀ। ਅੱਛਾ, ਉਹਨਾਂ ਦੀ ਵੀ ਡੈਥ ਹੋ ਗਈ। ਹਾਂਜੀ। ਠੀਕ ਹੈ। ਤੇ ਹੁਣ ਤੁਹਾਨੂੰ ਦੋਨਾਂ ਅੱਖਾਂ ਤੋਂ ਬਿਲਕੁਲ ਵੀ ਨਜ਼ਰ ਨਹੀਂ ਆਉਂਦਾ। ਤੇ ਕੋਈ ਸਮਾਂ ਸੀ ਹਲਕਾ ਫੁਲਕਾ ਤੁਸੀਂ ਦੇਖ ਸਕਦੇ ਸੀ ਉਸ ਟਾਈਮ? ਹਾਂਜੀ। ਤੇ ਦੁਨੀਆ ਤੇ ਤੁਸੀਂ ਰੰਗ ਦੇਖੇ ਹੋਏ ਨੇ। ਹਾਂਜੀ। ਤੇ ਹੁਣ ਦਿਲ ਕਰਦਾ ਕਿ ਦੁਨੀਆ ਦੇ ਰੰਗ ਦੁਬਾਰਾ ਦੇਖਣ ਨੂੰ? ਦਿਲ ਤਾਂ ਕਰਦੇ, ਪਰ ਹੁਣ ਕਰੀਏ ਕੀ, ਪ੍ਰਮਾਤਮਾ ਅੱਗੇ ਕੋਈ ਜ਼ੋਰ ਨਹੀਂ ਹੈ। ਡਾਕਟਰ ਨੂੰ ਤੁਸੀਂ ਚੈੱਕ ਨਹੀਂ ਕਰਵਾਇਆ ਕਿ ਅੱਖਾਂ ਦਾ ਕੋਈ? ਉਹ ਕਹਿੰਦੇ ਵੀ ਇਹਦਾ ਬਣਨਾ ਨਹੀਂ, ਤੇਰੇ ਕਾਲਾ ਮੋਤੀ ਦੀ ਵੀ ਤਾਂ ਕੁਝ ਨਹੀਂ ਬਣਨਾ ਜੀ ਹੁਣ। ਦੋਨੇ ਅੱਖਾਂ ਦੇ ਵਿੱਚ ਕੋਈ ਵੀ ਅੱਖ ਕਹਿੰਦੇ ਨਹੀਂ ਆਊਗੀ? ਨਹੀਂ, ਉਹ ਕਹਿੰਦੇ ਆਉਣੀ ਨਹੀਂ। ਹਾਂਜੀ। ਠੀਕ ਹੈ ਜੀ। ਬਾਈ ਜੀ, ਤੁਹਾਡਾ ਕੀ ਨਾਮ ਹੈ? ਸੇਵਾ ਸਿੰਘ ਜੀ। ਸੇਵਾ ਸਿੰਘ ਜੀ। ਰੋਵੋ ਨਾ ਤੁਸੀਂ। ਤੇ ਰੋਣਾ ਤੇ ਤਾਂ ਆਪਣਾ ਮੁਕੱਦਰ ਹੈ ਅੱਗੇ ਕਿਤੇ ਆਪਾਂ ਦਿਨ ਨਹੀਂ ਕੱਢਦੇ। ਸੇਵਾ ਸਿੰਘ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਤੁਹਾਡੀ ਜਿਹੜੀ ਨੇਤਰ ਨੇ ਨਾ ਅੱਖਾਂ, ਪਹਿਲਾਂ ਤੁਸੀਂ ਕੰਮ ਕਰਦੀਆਂ ਸੀ ਅੱਖਾਂ ਤੁਹਾਡੀਆਂ? ਹਾਂਜੀ। ਕਿੰਨੇ ਸਾਲ ਤੱਕ ਦੇਖਦੇ ਰਹੇ ਤੁਸੀਂ ਦੁਨੀਆ ਨੂੰ? ਮੇਰੀ 2005 ਨਿਗਾਹ ਬੰਦ ਹੋਈ ਜੀ। 2005 ਦੇ ਵਿੱਚ? ਉਸ ਤੋਂ ਪਹਿਲਾਂ ਦੋਨੇ ਅੱਖਾਂ ਕੰਮ ਕਰਦੀਆਂ ਸੀ? ਹਾਂਜੀ, ਮੈਂ ਡਰਾਈਵਰੀ ਕਰਦਾ ਜੀ। ਡਰਾਈਵਰੀ ਕਰਦੇ ਰਹੇ ਤੁਸੀਂ? ਕੀ ਕੰਮ ਕਰਦੇ? ਟਰੱਕ ਚਲਾਉਂਦੇ ਸੀ? ਨਾ ਨਾ 4-7 ਹੈ ਜੀ। 4-7 ਗਲੀ ਦੀ। ਅੱਛਾ ਅੱਛਾ। ਹਾਂ ਜੀ, ਦੁੱਧ ਤੇ ਚੱਲਦੀ ਸੀ। ਅੱਛਾ, 2005 ਤੱਕ ਹੈ? ਹਾਂਜੀ। ਤੇ ਉਸ ਤੋਂ ਬਾਅਦ ਅਚਾਨਕ ਕੀ ਹੋਇਆ ਫਿਰ? ਅਚਾਨਕ ਮੈਂ ਕਹਿੰਦਾ ਸਕੂਟਰ ਤੇ ਗਿਆ, ਸਕੂਟਰ ਤੇ ਆਉਂਦੇ ਅਚਾਨਕ ਨਿਗਾਹ ਬੰਦ ਹੋਈ ਹੈ। ਅਚਾਨਕ ਹੀ ਹੋ ਗਈ ਨਿਗਾਹ ਬੰਦ? ਕੋਈ ਹਾਦਸਾ ਵਾਪਰਿਆ ਹੋਵੇ? ਨਹੀਂ, ਕੁਛ ਨਹੀਂ ਹੋਇਆ ਜੀ। ਅੱਛਾ ਜੀ। ਤੇ ਡਾਕਟਰ ਨੂੰ ਚੈੱਕ ਕਰਵਾਇਆ ਤੁਸੀਂ? ਡਾਕਟਰ ਉਹ ਗਏ ਤੇ ਬਹੁਤ ਫੇਰੇ ਤੁਰੇ ਜੀ। ਜਦੋਂ ਡਾਕਟਰ ਨੇ ਫਿਰ ਮੈਨੂੰ ਮਤਲਬ ਕਹਿਤਾ, ਸਰਕਾਰੀ ਵਾਲੇ ਨੇ, ਕਹਿੰਦਾ ਵੀ ਪਰਮਾਤਮਾ ਅੱਗੇ ਅਰਦਾਸ ਕਰ ਵੀ ਸਾਡੇ ਉੱਤੇ ਪਰਮਾਤਮਾ ਬੈਠਾ, ਵੀ ਕੋਈ ਚਾਂਸ ਹੈ ਨਹੀਂ ਕਿਸੇ ਵੀ ਹਾਲਤ ਦੇ ਵਿੱਚ ਨਿਗਾਹ ਬਣਨ ਦਾ। ਚਲੋ ਫਿਰ ਪਰਮਾਤਮਾ ਅੱਗੇ ਬੇਨਤੀ ਸ਼ੁਰੂ ਕੀਤੀ ਹੈ। ਤੇ ਹੁਣ ਤੁਹਾਨੂੰ ਬਿਲਕੁਲ ਨਹੀਂ ਨਜ਼ਰ ਆਉਂਦਾ? ਨਹੀਂ, ਮਤਲਬ ਚਿਹਰਾ ਨਹੀਂ ਪਛਾਣ ਆਉਂਦਾ ਹੈਗਾ। ਬੋਲ ਤੇ ਮਤਲਬ ਜੱਜਮੈਂਟ ਕਰ ਲੈਣਾ ਬੰਦੇ ਦੀ ਵੀ ਇਹ ਫਲਾਣਾ ਬੰਦਾ ਹੈ। ਦੇਖਣ ਦੀ ਗੱਲ ਹੈ। ਅੱਛਾ ਅੱਛਾ ਜੀ। ਤੇ ਤੁਹਾਡੀ ਉਮਰ ਕਿੰਨੀ ਹੋ ਗਈ? ਉਮਰ ਹੋ ਗਈ ਮੇਰੀ, ਸਾਲ ਕਿ ਛੋਟਾ ਹੋਊਗਾ ਜੀ। ਨਹੀਂ 40-41 ਸਾਲ ਦੀ ਹੋਊਗੀ। ਅੱਛਾ ਅੱਛਾ। ਤੇ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਹੈਗਾ? ਬਸ ਦੋਵੇਂ ਭਾਈ ਹੋਈ। ਦੋਨੇ ਭਾਈ ਹੈਗੇ ਹੋ? ਪਿਤਾ ਜੀ ਦੀ ਡੈਥ ਹੋਈ, ਫਿਰ ਉਸ ਤੋਂ ਬਾਅਦ ਮਦਰ ਜੀ ਦੀ ਡੈਥ ਹੋ ਗਈ। ਹਾਂਜੀ। ਤੇ ਤੁਹਾਡਾ ਵਿਆਹ ਨਹੀਂ ਹੋਇਆ? ਹੋਇਆ ਤਾਂ ਜੀ, ਉਹਨਾਂ ਨਾਲ ਕੁਛ ਬਣੀ ਹੀ ਨਹੀਂ, ਫਿਰ ਮਗਰੋਂ ਉਹਨਾਂ ਤਲਾਕ ਹੋ ਗਿਆ ਤਾ ਜੀ। ਜਦੋਂ ਤੁਹਾਡਾ ਵਿਆਹ ਹੋਇਆ ਉਦੋਂ ਤੁਹਾਨੂੰ ਨਜ਼ਰ ਆਉਂਦਾ ਸੀਗਾ? ਹਾਂਜੀ ਹਾਂ। ਕਿਹੜੇ ਸਾਲ ਵਿੱਚ ਤੁਹਾਡਾ ਵਿਆਹ ਹੋਇਆ ਸੀ? ਮੇਰਾ 2000 ਚ ਹੋਇਆ ਤਾ ਜੀ। ਸਾਲ 2000 ਦੇ ਵਿੱਚ ਤੁਹਾਡਾ ਵਿਆਹ ਹੋਇਆ ਤੇ ਅੱਗੋਂ ਬੱਚੇ ਵੀ ਹੋਏ? ਹਾਂਜੀ, ਪਹਿਲਾਂ ਗੁੜੀਆ ਪਹਿਲਾਂ ਦੀ ਉਹ ਗੁਜ਼ਰ ਲਈ ਤੀ, ਬਾਅਦ ਫਿਰ ਦੂਜੀ ਦੀ ਹੁਣ ਉਹਦੇ ਕੋਲ ਆ। ਅੱਛਾ। ਗੁੜੀਆ ਦਾ ਕੀ ਨਾਮ ਹੈ ਤੁਹਾਡੀ ਦਾ? ਉਹਦਾ ਨਾਮ ਅਮਨਜੋਤ ਆ ਜੀ। ਅਮਨਜੋਤ। ਕਿੰਨੇ ਸਾਲ ਦੀ ਹੋ ਗਈ ਉਹਨੂੰ? ਹੋ ਗਈ ਜੀ ਕਰੀਬ 14-15 ਸਾਲ ਦੀ ਮੰਨ ਕੇ ਚੱਲੋ। 14-15 ਸਾਲ ਦੀ। ਤਲਾਕ ਦਾ ਤੁਹਾਡਾ ਕੀ ਕਾਰਨ ਰਿਹਾ? ਤਲਾਕ ਤਾਂ ਜੀ ਬਸ ਉਹਦੀ ਜਿਹੜੀ ਮਾਤਾ ਤੀ, ਕੁਛ ਉਹਦੇ ਆਪਣੇ ਕੋਲ ਹੁਕਮ ਚਲਾਉਣ ਤੀ, ਉਹਦੇ ਕਰਕੇ ਵੀ ਕੁਛ ਹੋ ਗਿਆ। ਜਿਹੜੀ ਸਾਡੀ ਮਾਤਾ ਨੂੰ ਪੈਨਸ਼ਨ ਲੱਗੀ, ਉਹਦੀ ਮਾਤਾ ਕਹਿੰਦੀ ਵੀ ਇਹ ਪੈਨਸ਼ਨ ਸਾਰੀ ਮੇਰੀ ਕੁੜੀ ਹੱਥ ਧਰੇ। ਮੈਂ ਕਿਹਾ ਵੀ ਉਹ ਨਹੀਂ ਮਿਲਣੀ, ਉਹਦੇ ਆਦਮੀ ਦੀ ਕਮਾਈ ਹੈ, ਉਹਦੀ ਮਰਜ਼ੀ ਹੈ, ਦਵੇ ਨਾ ਦਵੇ, ਚਾਹੇ ਸਾਰੀ ਫੜਾ ਦੇਵੇ, ਉਹਦੇ ਮਨ ਦੀ ਇੱਛਾ ਹੈ, ਵੀ ਜ਼ਬਰਦਸਤੀ ਨਹੀਂ ਲੈ ਸਕਦੇ ਤੁਸੀਂ।
ਚਲੋ ਬਸ ਇੰਨੀ ਕੋਈ ਗੱਲ ਦਾ ਰੌਲਾ ਪੈ ਗਿਆ। ਹਾਂਜੀ, ਫਿਰ ਉਸ ਤੋਂ ਬਾਅਦ ਫਿਰ ਜਦੋਂ ਮੇਰੀ ਨਿਗਾਹ ਬੰਦ ਹੋ ਗਈ, ਫਿਰ ਉਹਨਾਂ ਨੂੰ ਮੌਕਾ ਮਿਲ ਗਿਆ ਗਾਹ ਪਾਉਣ ਦਾ। ਫਿਰ ਉਹਨੇ ਕਹਿੰਦੇ ਹੁਣ ਅਸੀਂ ਕਰਾਂਗੇ ਕੀ, ਸਾਡੀ ਕੁੜੀ ਕੀ ਖਾਊਗੀ, ਆਏ ਆ ਫਲਾਣਾ ਕਿਤੇ ਗੱਲਾਂ ਨਾ ਕਰਨ। ਚਲੋ ਉਸ ਤੋਂ ਬਾਅਦ ਫਿਰ ਪੰਚਾਇਤ ਤਲਾਕ ਲੱਤਾ ਜੀ ਉਹਨੇ। ਆਪਣੀ ਧੀ ਨੂੰ ਪਿਆਰ ਕਰਦੇ ਹੋ ਤੁਸੀਂ? ਹਾਂਜੀ। ਅੱਜ ਵੀ ਕਰਦੇ ਹੋ? ਘਰ ਵਾਲੀ ਨੂੰ ਵੀ ਕਰਦੇ ਹੋ? ਘਰ ਵਾਲੀ ਨਾਲ ਇੰਨਾ ਗਿਲਾ ਕਿਉਂ ਆਇਆ? ਭਾਈ ਮੌਕੇ 'ਤੇ ਧੋਖਾ ਦਿੱਤਾ, ਹੁਣ ਉਹ ਤੋਂ ਕੀ ਕਰਾਉਣਾ ਆਪਾਂ ਨੇ। ਕੀ ਸੋਚਦੇ ਘਰ ਵਾਲੀ ਕੀ ਕਰਦੀ? ਬਸ ਇੱਕ ਕੁਛ ਨਹੀਂ, ਨਾਲ ਰਹਿ ਕੇ ਮੇਰਾ ਸਾਥ ਦਿੰਦੀ ਫਿਰ ਤਾਂ ਮੈਨੂੰ ਹੁੰਦਾ ਹੀ। ਜਦ ਉਹਨੇ ਮੌਕੇ ਦਾ ਕੇ ਧੋਖਾ ਦਿੱਤਾ, ਮੈਂ ਹੁਣ ਉਹ ਤੋਂ ਕੀ ਕਰਾਉਣਾ ਜੀ। ਕੁੜੀ ਮੇਰੀ ਆ, ਮੈਨੂੰ ਆਪਣੀ ਕੁੜੀ ਦੀ ਯਾਦ ਆਉਂਦੀ ਹੈ। ਕੁੜੀ ਦੀ ਯਾਦ ਆਉਂਦੀ ਹੈ। ਸੋ ਦਰਸ਼ਕੋ, ਤੁਸੀਂ ਸੁਣ ਰਹੇ ਹੋ ਕਿ ਜਦੋਂ ਕਿਸੇ ਸ਼ਖਸ ਨੂੰ ਕਿਸੇ ਦੀ ਮਦਦ ਦੀ, ਕਿਸੇ ਦੇ ਸਹਾਰੇ ਦੀ ਲੋੜ ਹੁੰਦੀ ਹੈ ਤੇ ਉਦੋਂ ਹੀ ਉਹ ਸ਼ਖਸ ਦੂਰ ਚਲਾ ਜਾਵੇ ਤੇ ਕਿੰਨਾ ਦਿਲ ਟੁੱਟਦਾ ਹੈ ਕਿਸੇ ਇਨਸਾਨ ਦਾ। ਤੇ ਜਦੋਂ ਇਹਨਾਂ ਦੀ ਨਜ਼ਰਾਂ ਸਨ ਸਭ ਕੁਝ ਠੀਕ ਸੀਗਾ, ਪਰ ਜਦੋਂ ਨਜ਼ਰਾਂ ਗਈਆਂ ਤੇ ਉਸ ਤੋਂ ਬਾਅਦ ਦੁੱਖਾਂ ਦਾ ਜਿਹੜਾ ਪਹਾੜ ਹੈਗਾ ਇਸ ਪਰਿਵਾਰ ਦੇ ਉੱਤੇ ਟੁੱਟਿਆ ਹੈਗਾ। ਬਾਈ ਜੀ, ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡੇ ਮਦਰ ਜੀ 10,000 ਰੁਪਏ ਪੈਨਸ਼ਨ ਤੁਹਾਨੂੰ ਹੁਣ ਸਾਡੀ ਬੰਦ ਹੋ ਗਈ, ਮੰਮੀ ਮੰਨ ਕਰਕੇ ਹੁਣ ਸਾਡਾ ਕੇਸ ਪਾਇਆ ਜੀ ਉਹਨਾਂ ਤੇ। ਅੱਛਾ ਜੀ। ਹਾਂਜੀ, ਹੁਣ ਕੇਸ ਤਕਰੀਬਨ ਸਾਲ ਹੋ ਗਿਆ ਕੇਸ ਚੱਲਦੇ ਨੂੰ, ਹਜੇ ਕੁਝ ਬਣਿਆ ਨਹੀਂ ਹੈਗਾ ਜੀ। ਬਾਕੀ ਹਜੇ ਹੁਣ ਛੁੱਟੀਆਂ ਪੈ ਕੇ ਕੋਰਟ ਨੂੰ 1 ਮਹੀਨੇ ਦੀਆਂ ਜੀ, ਜਾਣੀ ਹਜੇ ਕੋਈ ਪਤਾ ਨਹੀਂ ਹੈਗਾ ਜੀ ਵੀ ਸਾਲ ਲੱਗੇ ਤਾਂ 1.5 ਸਾਲ ਲੱਗ ਜਾਵੇ, ਕੋਈ ਪਤਾ ਨਹੀਂ ਹੈ। 6 ਮਹੀਨੇ ਵੀ ਲੱਗ ਸਕਦੇ ਆ, ਸਾਲ ਵੀ ਲੱਗ ਸਕਦਾ ਹੈ। ਹਾਂਜੀ, ਸਾਲ ਤਾਂ ਸਾਨੂੰ ਹੋਏਗਾ ਜੀ ਹੈਰਾਨ ਹੁੰਦਿਆਂ ਨੂੰ। ਜਦੋਂ ਮਦਰ ਦੀ, ਤੁਹਾਡੇ ਮੰਮੀ ਦੀ ਪੈਨਸ਼ਨ ਬੰਦ ਹੋਈ ਨਾ 10,000 ਰੁਪਏ, ਤੁਹਾਡਾ ਪਹਿਲਾਂ ਗੁਜ਼ਾਰਾ ਉਸ ਨਾਲ ਹੁੰਦਾ ਸੀਗਾ, ਤੇ ਫਿਰ ਹੁਣ ਤੁਹਾਡਾ ਗੁਜ਼ਾਰਾ ਕਿਵੇਂ ਹੋ ਰਿਹਾ? ਉਹ ਤਾਂ ਬਸ ਆਲੇ ਦੁਆਲੇ ਮੰਗ ਮੁੰਗ ਕੇ ਜੀ। ਆਲੇ ਦੁਆਲੇ ਮੰਗ ਕੇ ਹੋ ਰਿਹਾ? ਹਾਂਜੀ। ਤੇ ਤੁਹਾਡੀ ਮਦਦ ਕਰਦੇ ਨੇ ਪਿੰਡ ਵਾਲੇ? ਹਾਂ ਜੀ, ਮਾੜੀ ਮੋਟਾ ਜੇ ਸਾਥ ਹੈਗਾ ਜੀ, ਪਿੰਡ ਨੂੰ ਸਾਥ ਦਿੰਦਾ ਜੀ। ਸਾਥ ਹੈਗਾ, ਇਹਨੂੰ ਕੋਈ ਸਾਥ ਨਹੀਂ ਹੈ। ਪਿੰਡ ਵਾਲੇ ਦੀ ਕਿਹਦਾ ਸਾਥ ਹੈ ਜੀ? ਪਿੰਡ ਵਾਲੇ ਜਿਕਣ ਮਤਲਬ ਕੋਈ ਰੋਟੀ ਪਾਣੀ ਦਾ ਹੋ ਗਿਆ ਜਾਂ ਕੋਈ ਜਿਵੇਂ ਕੋਈ ਸਰਕਾਰੀ ਕੰਮ, ਕੋਈ ਸਹੂਲਤ ਆਉਂਦੀ ਆ, ਉਹ ਪੰਚਾਇਤ ਸਾਨੂੰ ਦਵਾਉਂਦੀ ਹੈ, ਜ਼ਰੂਰ ਦਵਾਉਂਦੀ ਹੈ। ਬਾਕੀ ਮਿੱਤਰ ਮੇਰੀ ਭੈਣ ਭਾਈ ਸਾਰੇ ਰਲ ਮਿਲ ਕੇ ਜਿੰਨਾ ਕੁ ਸਹਿਯੋਗ ਦਿੰਦਾ ਹੈ, ਦਿੰਦੇ ਨਹੀਂ ਸਾਨੂੰ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਪੈਨਸ਼ਨ ਬੰਦ ਹੋ ਗਈ, ਉਸ ਤੋਂ ਬਾਅਦ ਹੁਣ ਮੰਗ ਤੰਗ ਕੇ ਗੁਜ਼ਾਰਾ ਜਿਹੜਾ ਹੋ ਰਿਹਾ, ਕੋਈ ਅਜਿਹਾ ਵੀ ਦਿਨ ਆਇਆ ਜਦੋਂ ਘਰ ਵਿੱਚ ਖਾਣ ਨੂੰ ਕੁਝ ਨਹੀਂ ਸੀ ਤੇ ਤੁਸੀਂ ਉਡੀਕ ਕਰਦੇ ਰਹੇ ਕਿ ਖਾਣਾ ਖਾਣਾ ਹੈ? ਹਾਂਜੀ, ਕੋਈ ਦਿਨ ਆਇਆ ਅਜਿਹਾ ਵੀ? ਬਹੁਤ ਹੋਣੀ ਜੀ। ਉਦੋਂ ਦਿਲ ਕੀ ਕਹਿੰਦਾ ਤੁਹਾਡਾ? ਬਸ ਦਿਲ ਕੀ ਕਹਿਣਾ ਜੀ, ਸਬਰ ਕਰ ਲਈਦਾ ਜੀ। ਰੱਬ ਨਾਲ ਗਿਲਾ ਨਹੀਂ ਹੁੰਦਾ ਤੁਹਾਨੂੰ? ਰੱਬ ਨਾਲ ਹੁਣ ਗਿਲਾ ਕੀ ਕਰੀ ਜੀ, ਰੱਬ ਦੀ ਮੌਜ ਆ, ਜੋ ਉਹਨੂੰ ਚੰਗਾ ਲੱਗਦਾ ਜੀ। ਜਿਵੇਂ ਤੁਹਾਡੇ ਪਿਤਾ ਜੀ ਪੰਜਾਬ ਪੁਲਿਸ ਵਿੱਚ ਰਹੇ ਨੇ ਨਾ, ਤੇ ਪੰਜਾਬ ਪੁਲਿਸ ਦੇ ਵਿੱਚ ਵੀ ਇੱਕ ਆਪਣੇ ਪੰਜਾਬ ਦੀ ਸੇਵਾ ਕਰਦੇ ਰਹੇ, ਦੇਸ਼ ਦੀ ਸੇਵਾ ਕਰਦੇ ਰਹੇ ਨੇ ਨਾ, ਤੇ ਸਰਕਾਰਾਂ ਨੇ ਕਦੇ ਤੁਹਾਡੀ ਕੋਈ ਬਾਣੀ ਫੜੀ ਆ ਕੇ ਇੱਥੇ? ਕਿਸੇ ਨੇ ਕੋਈ ਸਰਕਾਰ ਵੱਲੋਂ ਕੋਈ ਮਦਦ ਨਹੀਂ ਆਈ? ਨਹੀਂ ਜੀ, ਆਪਣੇ ਬਸੀ ਪ੍ਰਾਣ ਤੋਂ ਐਮਐਲਏ ਸਾਹਿਬ ਨੇ ਜੀ 2,000 ਰੁਪਏ ਜ਼ਰੂਰ ਭੇਜਿਆ ਸਾਡੇ ਜਸਪਾਲ ਸਿੰਘ ਨੰਬਰਦਾਰ ਦੇ ਹੱਥੋਂ ਵੀ। ਜਿਹੜੇ ਐਮਐਲਏ ਸਾਹਿਬ ਸੀਗੇ ਜੀ, ਮੈਂ ਬਿਮਾਰ ਹੋ ਗਿਆ ਸੀ ਪਿੱਛੇ ਜੇ, ਮੈਂ ਉਹਨਾਂ ਨੂੰ ਫੋਨ ਕਰਿਆ, ਜੇਪੀ ਸਿੰਘ ਜੇਪੀ ਸਾਹਿਬ ਨੇ ਐਮਐਲਏ ਬਸੀ ਪਠਾਣਾ ਤੋਂ, ਉਹਨਾਂ ਨੂੰ ਫੋਨ ਕਰਿਆ, ਮੈਂ ਜੀ ਮੈਂ ਬਿਮਾਰ ਹਾਂ। ਉਹ ਕਹਿੰਦੇ ਵੀ ਕੀ ਚੱਕਰ ਆ? ਜੀ ਇੱਕਣ ਵੀ ਅਸੀਂ ਦੋਏ ਭਰਾ ਅੱਖਾਂ ਤੋਂ ਇੱਕਣਾ ਵੀ ਸਾਨੂੰ ਮੈਨੂੰ ਪੈਨਸ਼ਨ ਮਿਲਦੀ ਹੈ 750, ਉਹ ਵੀ ਬੰਦ ਹੋ ਗਈ ਮੇਰੀ ਵੀ ਮੈਂ ਬਿਮਾਰ ਹਾਂ। 2,000 ਰੁਪਏ ਭੇਜਿਆ ਤਾ ਜੀ, 1,000 ਰੁਪਏ ਇਹਨਾਂ ਨੂੰ ਦੇਤਾ, 1,000 ਮੈਂ ਰੱਖ ਲਿਆ ਜੀ। ਕਿਹੜੇ ਸੰਨ ਦੇ ਵਿੱਚ? ਆ ਹੁਣੇ ਤਕਰੀਬਨ ਮਹੀਨਾ ਕੁ ਹੋ ਗਿਆ ਜੀ। ਇੱਕ ਵਿਧਾਇਕ ਨੇ ਸਿਰਫ 2,000 ਰੁਪਏ ਭੇਜਿਆ? ਹਾਂਜੀ, ਐਮਐਲਏ ਸਾਹਿਬ ਜੇਪੀ ਨੇ ਜੀ, ਬਸ ਹਲਕਾ ਬਸੀ ਪਠਾਣਾ ਤੋਂ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਾਡੇ ਸਿਆਸਤਦਾਨ ਨੇ, ਉਹਨਾਂ ਦੀ ਡਿਊਟੀ ਬਣਦੀ ਸੀ ਕਿ ਇੱਥੇ ਆ ਕੇ ਪਰਿਵਾਰ ਨੂੰ ਦੇਖਣਾ ਕਿ ਜਿਸ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਹੀ ਨਹੀਂ ਜੀ ਹੈਗਾ, ਕਿਉਂਕਿ ਦੋਵਾਂ ਭਰਾਵਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਹੈਗਾ, ਨੇਤਰਹੀਣ ਹੈਗੇ ਨੇ, ਤੇ ਉਸ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਏਗਾ? ਸਰਕਾਰ ਦੀ ਵੀ ਡਿਊਟੀ ਬਣਦੀ ਹੈ, ਸਭ ਤੋਂ ਵੱਡੀ ਤਾਂ ਸਰਕਾਰ ਦੀ ਡਿਊਟੀ ਹੈਗੀ ਹੈ ਕਿ ਤੁਸੀਂ ਜਾ ਕੇ ਭਾਈ ਉਸ ਘਰ ਦੇ ਵਿੱਚ ਜਾ ਕੇ ਪੁੱਛੋ ਕਿ ਤੁਹਾਡੇ ਕੋਲ ਜੇ ਕਮਾਉਣ ਵਾਲਾ ਨਹੀਂ ਹੈਗਾ ਤੇ ਤੁਸੀਂ ਉਹਨਾਂ ਨੂੰ ਪੈਨਸ਼ਨ ਲਾਓ ਜਾਂ ਕੁਛ ਹੋਰ ਸਹੂਲਤਾਂ ਦਿਓ ਖਾਣ ਪੀਣ ਦਾ। ਕਿਉਂਕਿ ਅੱਜ ਕੱਲ੍ਹ ਜੇ ਰੋਟੀ ਦਾ ਵੀ ਆਪਾਂ ਖਰਚਾ ਸੋਚ ਲਈਏ ਤਾਂ ਘੱਟੋ ਘੱਟ ਇੱਕ ਬੰਦੇ ਦਾ 15,000 ਦਾ ਰੋਟੀ ਦਾ ਵੀ ਖਰਚਾ ਹੈਗਾ। ਤੇ ਤੁਹਾਨੂੰ ਜੋ ਸਰਕਾਰਾਂ ਨੇਤਰਹੀਣ ਦੀ ਪੈਨਸ਼ਨ ਨਹੀਂ ਦਿੰਦੀ ਜੀ? ਮੈਨੂੰ ਮਿਲਦੀ 750। ਮੈਨੂੰ ਇਹਨਾਂ ਨੂੰ ਮਿਲਦੀ ਹੈ 750 ਜੀ, ਮੇਰੀ ਬੰਦ ਹੋ ਗਈ। ਤੁਹਾਡੀ ਬੰਦ ਕਿਉਂ ਹੋ ਗਈ ਜੀ? ਮੇਰਾ ਕੇਸ ਲਾਇਆ ਜੀ ਜਿਹੜਾ, ਉਹ ਕਹਿੰਦੇ ਵੀ ਆ ਮਾਤਾ ਦੀ ਪੈਨਸ਼ਨ ਕਰਕੇ? ਹਾਂਜੀ, ਉਲਟਾ ਉਹਨਾਂ ਨੇ ਪੈਨਸ਼ਨ ਹੀ ਬੰਦ ਕਰਤੀਆਂ, ਕੇਸ ਕਿਉਂ ਲਾਇਆ ਹੋਇਆ? ਕਹਿੰਦੇ ਵੀ ਨਹੀਂ ਜੀ ਨਹੀਂ, ਉਹ ਕਹਿੰਦੇ ਵੀ ਇਹ ਪੈਨਸ਼ਨ ਬੰਦ ਕਰੋ ਪਹਿਲਾਂ, ਵੀ ਫੇਰ ਥੋੜਾ ਕੇਸ ਲੱਗੂਗਾ, ਫਿਰ ਤੁਹਾਨੂੰ ਉਹ ਕੇਸ ਦੀ ਫੋਟੋ ਜਿਹੜੀ ਪੈਨਸ਼ਨ ਦੀ ਉੱਥੋਂ ਲਿਖਾ ਕੇ ਦਿਓ ਸਾਨੂੰ ਵੀ ਹਾਂ ਮੈਂ ਪੈਨਸ਼ਨ ਬੰਦ ਕਰਾ ਚੁੱਕੀ, ਫਿਰ ਕੇਸ ਦੇ ਵਿੱਚ ਲਾ ਕੇ ਸਾਨੂੰ ਕੋਰਟ ਰਾਹੀਂ ਕਾਗਜ਼ ਦਿਓ ਤੁਸੀਂ ਆਪਣੇ, ਵੀ ਫੇਰ ਤੁਹਾਨੂੰ ਪੈਨਸ਼ਨ ਚਾਲੂ ਹੋ ਸਕਦੀ ਹੈ। ਇਹ ਨਹੀਂ, ਜਿਹੜਾ ਕੇਸ ਫਿਰ ਤੁਹਾਡਾ ਜਿਹੜਾ ਵਕੀਲ ਕਿਹੜਾ ਲੜ ਰਿਹਾ ਕੇਸ ਤੁਹਾਡਾ? ਵਕੀਲ ਜੀ ਹੁਣ ਆਪਣੇ ਬਸੀ ਤੋਂ ਆ ਜੀ। ਬਸੀ ਤੋਂ ਹੈ? ਹਾਂਜੀ। ਅੱਛਾ, ਮਨਜੀਤ ਕੌਰ ਉਹਦੇ ਨਾਲ ਪਤਾ ਨਹੀਂ ਮਨਜੀਤ ਗਾਣੀ ਮਨਜੀਤ ਕੌਰ ਆਈ ਹੈ। ਅੱਛਾ ਜੀ।
265 ਨੰਬਰ ਕਮਰੇ ਤੇ। ਅੱਛਾ ਜੀ। ਤੇ ਜਿੱਦਾਂ ਤੁਸੀਂ ਗੱਲ ਦੱਸੀ ਕਿ ਤੁਹਾਡੀ ਪੈਨਸ਼ਨ ਬੰਦ ਕਰ ਦਿੱਤੀ ਕਿ ਤੁਹਾਨੂੰ 750 ਰੁਪਏ ਮਿਲ ਰਹੀ ਹੈ ਨਾ, ਹਾਂਜੀ 750 ਦੇ ਵਿੱਚ ਮੈਨੂੰ ਲੱਗਦਾ ਗੈਸ ਦਾ ਜਿਹੜਾ ਸਿਲੰਡਰ ਹੈਗਾ ਉਹ ਵੀ ਅੱਜ ਕੱਲ੍ਹ 850 ਰੁਪਏ ਦਾ ਹੋਇਆ ਹੋਇਆ ਨਾ, ਹਾਂਜੀ ਤੇ ਕਾਫੀ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੋਣਾ। 750 ਵਜੇ ਤੱਕ ਨਹੀਂ ਗੁਜ਼ਾਰਾ ਹੁੰਦਾ ਹੋਣਾ। ਕੀ ਕਰਦਾ ਕੁਝ ਨਹੀਂ ਹੁੰਦਾ। ਬਾਈ ਸਾਡੇ ਹੱਥੋਂ ਨਾਲ ਕਿਆ ਬਣਦਾ ਜੀ, ਬਸ ਦਵਾਈ ਬੂਟੀ ਵੀ ਲੈਣੀ ਜੀ ਮਾੜਾ ਮੋਟਾ, ਊਂ ਵੀ ਚਲੋ ਕਿਤੇ ਆਉਣਾ ਜਾਣਾ ਹੁੰਦਾ ਜੀ, ਬਸ ਉਹੀ। ਬਾਕੀ ਭੈਣ ਭਾਈ ਚਿਕਨ ਮਤਲਬ ਦੇ ਦਿੰਦੇ ਆ 100-200 ਰੁਪਇਆ, ਆਪਣੇ ਟਾਈਮ ਪਾਸ ਹੁੰਦਾ ਜੀ। ਜੀ, ਤੁਸੀਂ ਗੱਲ ਕੀਤੀ ਭੈਣ ਭਰਾਵਾਂ ਦੀ ਹੈ ਨਾ, ਰਿਸ਼ਤੇਦਾਰ ਬਹੁਤ ਹੁੰਦੇ ਨੇ, ਕਹਿੰਦੇ ਜਦੋਂ ਪਿਤਾ ਨਹੀਂ ਹੁੰਦੇ ਤਾਂ ਉਹਨਾਂ ਦੇ ਜਿਹੜੇ ਪਿਤਾ ਦੇ ਰਿਸ਼ਤੇਦਾਰ ਹੁੰਦੇ ਨੇ, ਭਰਾ ਹੁੰਦੇ ਨੇ ਨਾ, ਉਹ ਵੀ ਬਾਪ ਸਮਾਨ ਹੁੰਦੇ ਨੇ ਨਾ, ਤੇ ਮਾੜੇ ਟਾਈਮ ਤੇ ਸਾਰੇ ਰਿਸ਼ਤੇਦਾਰ ਇੱਕ ਦੂਜੇ ਦੇ ਕੰਮ ਆਉਂਦੇ ਨੇ। ਆਪਣੇ ਸਮਾਜ ਦੀ ਦਾ ਆਪਣੇ ਰੀੜ੍ਹ ਦੀ ਹੱਡੀ ਜਿਹੜੇ ਹੈਗੇ ਨੇ ਉਹ ਰਿਸ਼ਤੇਦਾਰ ਹੈਗੇ ਨੇ। ਤੇ ਤੁਹਾਨੂੰ ਰਿਸ਼ਤੇਦਾਰਾਂ ਦੇ ਵੱਲੋਂ ਕੋਈ ਮਦਦ ਨਹੀਂ ਆਈ ਕਿ ਇੱਥੇ ਕੋਈ ਉਹਨਾਂ ਨੇ ਸੋਚਿਆ ਹੈ ਕਿ ਤੁਹਾਨੂੰ ਜਦ ਅਸੀਂ ਆਪਣੇ ਨਾਲ ਰੱਖ ਲੈਂਦੇ ਹਾਂ, ਕਿਉਂਕਿ ਤੁਹਾਨੂੰ ਨਜ਼ਰ ਨਹੀਂ ਆਉਂਦਾ ਸਾਰਾ ਦਿਨ ਵੀ ਲੰਘਾਉਣਾ ਬੜਾ ਔਖਾ ਹੋ ਜਾਂਦਾ ਇੱਦਾਂ ਤਾਂ। ਰਿਸ਼ਤੇਦਾਰ ਜਿਹੜੇ ਤਕੜੇ ਦੇ ਜੀ ਉਹ ਸਾਥ ਛੱਡ ਕੇ, ਬਾਕੀ ਕੁਛ ਵਿਚਾਰੇ ਉਹ ਆਪਣਾ ਦਿਹਾੜੀ ਜੋਤਾ ਕਰਕੇ ਟਾਈਮ ਪਾਸ ਕਰਦੇ ਨੇ, ਉਹਨਾਂ ਕੋਲ ਇੰਨੀ ਗੁੰਜਾਇਸ਼ ਹੈ ਨਹੀਂ ਵੀ ਜਿਹੜਾ ਸਾਡਾ ਸਾਥ ਦੇ ਦੇਣ। ਤਕੜੇ ਰਿਸ਼ਤੇਦਾਰ ਕਿੱਥੇ ਰਹਿੰਦੇ ਨੇ? ਖਮਾਣੋ ਨਹੀਂ। ਖਮਾਣੋ ਰਹਿੰਦੇ ਨੇ। ਉਹਨਾਂ ਨੇ ਕਦੇ ਨਹੀਂ ਕਿਹਾ ਕਿ ਸਾਡੇ ਕੋਲ ਆ ਕੇ ਰਹਿ ਲਓ ਤੁਸੀਂ? ਤੁਹਾਨੂੰ ਵੀ ਨਹੀਂ ਕਿਹਾ ਕਦੇ ਸਾਡੇ ਕੋਲ ਆ ਕੇ ਰਹਿ ਲਓ? ਮੇਰੇ ਨਾਲ ਤਾਂ ਪਹਿਲਾਂ ਦੀ ਹੋ ਗਈ ਜੀ। ਸੁਣ ਲਓ ਜੀ, ਮੈਂ ਤੁਹਾਨੂੰ ਦੱਸਦਾ, ਜਿਹੜੀ ਮੇਰੀ ਮਾਤਾ ਦੀ ਜੀ ਜਿੱਦਣ ਬਿਮਾਰ ਹੋਈ ਆ ਮੁੰਡਾ ਜੀ, ਇਹਦਾ ਡੈਡੀ ਹੈ ਅਮਰਪਾਲ ਸਿੰਘ ਪੱਪੀ। ਅੱਛਾ। ਉਹ ਬਿਮਾਰ ਹੋ ਗਈ ਆ ਬਾਹਲੀ, ਵੀ ਧੁਰਨ ਤੇ ਵੀ ਦਰਸ਼ਨ ਲੱਗ ਗਈ, ਰੋਟੀ ਪਾਣੀ ਨਾ ਬਣੇ, ਉਹ ਮੁੰਡਾ ਆਪਣੇ ਘਰ ਚੱਕ ਕੇ ਲੈ ਗਿਆ ਜੀ। ਤੁਸੀਂ ਹੌਸਲਾ ਰੱਖੋ, ਕੋਈ ਗੱਲ ਨਹੀਂ। ਹਾਂਜੀ ਨਾਲ ਇਹ ਲਈ ਫਿਰੇ ਨੇ ਬਜ਼ੁਰਗ, ਉਹਨਾਂ ਨੂੰ ਜਿੱਥੇ ਦਵਾਈ ਬੂਟੀ ਦਵਾਉਣੀ ਹੁੰਦੀ ਸੀ। ਬਾਕੀ ਜਿੱਦਣ ਮੌਤ ਹੋਣੀ ਸੀ ਉਹਨਾਂ ਦੀ, ਜਦ ਡਾਕਟਰ ਨੇ ਜਵਾਬ ਦੇ ਦਿੱਤਾ, ਉਸ ਤੋਂ ਬਾਅਦ ਫਿਰ ਇਹਨਾਂ ਨੇ ਫੋਨ ਕੀਤਾ ਵੀ ਭਾਈ ਇੱਕਣ ਹੋ ਗਿਆ, ਕਹਿੰਦੇ ਵੀ ਉਹਨੇ ਜਵਾਬ ਦਿੱਤਾ, ਮੁੰਡੇ ਨੇ ਕਹਿੰਦਾ ਵੀ ਮੈਂ ਕੀ ਕਰਾਂ। ਉੱਥੇ ਸਾਨੂੰ ਹਸਪਤਾਲ 'ਚ ਜਵਾਬ ਦਿੱਤਾ ਜੀ। 3 ਮਹੀਨੇ ਰੱਖੇ ਜਾ ਰਹੇ ਨੇ। ਇਹ ਕੌਣ ਹੈਗੇ ਨੇ ਤੁਹਾਡੇ? ਯਾਰ ਦੋਸਤ ਹੀ ਮੁੰਡਾ ਮੇਰੇ, ਇਹ ਮੇਰੇ ਨਹੀਂ ਜਾਣਦੇ। ਸੋ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਪਰਿਵਾਰ ਨੂੰ ਲੋੜ ਪਈ ਤਾਂ ਉਦੋਂ ਰਿਸ਼ਤੇਦਾਰ ਨਹੀਂ ਕੰਮ ਆਇਆ, ਉਦੋਂ ਜਿਹੜੇ ਯਾਰ ਦੋਸਤ ਸੀਗੇ ਉਹ ਕੰਮ ਆਏ। ਇਹ ਜਿਹੜਾ ਬੱਚਾ ਨਾਲ ਬੈਠਾ ਹੈਗਾ, ਇਹਨਾਂ ਦੇ ਪਿਤਾ ਜੀ ਲੈ ਕੇ ਗਏ ਸੀ ਨਾ, ਇਹਨਾਂ ਦੇ ਪਿਤਾ ਜੀ ਇਹਨਾਂ ਦੀ ਮਾਤਾ ਨੂੰ ਆਪਣੇ ਕੋਲ ਲੈ ਗਏ, ਸੇਵਾ ਕਰਦੇ ਰਹੇ ਉਹਨਾਂ ਦੀ। ਪਰ ਜਿਹੜੀ ਰਿਸ਼ਤੇਦਾਰਾਂ ਦੀ ਡਿਊਟੀ ਬਣਦੀ ਸੀ ਉਹ ਰਿਸ਼ਤੇਦਾਰਾਂ ਨੇ ਨਹੀਂ ਨਿਭਾਈ ਹੈਗੀ। ਅਸੀਂ ਹਰ ਰੋਜ਼ ਗੁਰੂ ਘਰਾਂ ਦੇ ਵਿੱਚ ਜਾਂਦੇ ਹਾਂ, ਉੱਥੇ ਉਪਦੇਸ਼ ਸੁਣ ਕੇ ਵਾਪਸ ਆਉਂਦੇ ਹਾਂ ਕਿ ਹਮੇਸ਼ਾ ਸਾਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ, ਤੇ ਜਦੋਂ ਮਦਦ ਕਰਨ ਦੀ ਵਾਰੀ ਆਉਂਦੀ ਹੈ ਤੇ ਅਸੀਂ ਪਾਸਾ ਵੱਟ ਲੈਂਦੇ ਹਾਂ। ਆਪਣੇ ਰਿਸ਼ਤੇਦਾਰਾਂ ਨਾਲ ਗਿਲਾ ਜ਼ਰੂਰ ਹੋਏਗਾ ਤੁਹਾਨੂੰ। ਮੈਂ ਹਾਂਜੀ ਰਿਸ਼ਤੇਦਾਰਾਂ ਨਾਲ ਤਾਂ ਹੈਗਾ ਹੀ ਹੈ ਜੀ, ਜਾਂ ਪੁੱਛਦਾ ਨਹੀਂ ਤਾਂ ਹੁੰਦਾ ਹੀ ਹੈ। ਕੀ ਜ਼ਿੰਦਗੀ ਦੇ ਵਿੱਚ ਸੇਵਾ ਸਿੰਘ ਜੀ ਤੁਹਾਡੇ ਸੁਪਨੇ ਸਨ ਜਦੋਂ ਤੁਸੀਂ ਡਰਾਈਵਰੀ ਦਾ ਕੰਮ ਕਰਦੇ ਸੀ ਨਾ? ਕੀ ਸੋਚਿਆ ਸੀ ਤੁਸੀਂ ਆਪਣੀ ਕੁੜੀ ਬਾਰੇ, ਆਪਣੀ ਪਤਨੀ ਬਾਰੇ, ਘਰ ਬਾਰੇ ਕੀ ਸੋਚਿਆ ਸੀ? ਕੀ ਕਰਨਾ ਚਾਹੁੰਦੇ ਸੀ ਜ਼ਿੰਦਗੀ 'ਚ? ਬਾਹਰ ਹੀ ਸੋਚਦੇ ਵੀ ਹਾਂ ਚਲੋ ਵਧੀਆ ਹੋਵੇ, ਪਰਿਵਾਰ ਰਹੇਗਾ, ਵੀ ਆਪਣਾ ਰਲ ਮਿਲ ਕੇ ਟਾਈਮ ਪਾਸ ਕਰਾਂਗੇ। ਬਾਕੀ ਮਨ 'ਚ ਇੱਛਾ ਤੀ ਵੀ ਚਲੋ ਕੋਈ ਪ੍ਰਮਾਤਮਾ ਨੇ ਸਮਾਂ ਦਿੱਤਾ ਤਾਂ ਆਪਣੀ ਗੱਡੀ ਵੀ ਪਾਵਾਂਗੇ। ਚਲੋ ਬਾਕੀ ਪ੍ਰਮਾਤਮਾ ਦੀ ਮੌਤ ਦਾ ਖੁਆਇਸ਼ਾਂ ਵਿੱਚ ਰਹਿ ਗਈਆਂ, ਜੋ ਪੈਸਾ ਟੁੱਕਰ ਦਾ ਜੋ ਸਾਰਾ ਹੀ ਮਤਲਬ ਲੱਗ ਲਿਆ, ਖਰਚਾ ਹੋ ਲਿਆ। ਪਹਿਲਾਂ ਪਿਤਾ ਜੀ ਬਿਮਾਰ ਰਹੇ, ਉਹ ਤੋਂ ਬਾਅਦ ਫਿਰ ਮਾਤਾ ਜੀ ਬਿਮਾਰ ਹੋ ਗਏ, ਫਿਰ ਮੈਂ ਵੀ 2011 'ਚ ਬਿਮਾਰ ਰਿਹਾ ਜੀ। ਉਸ ਤੋਂ ਬਾਅਦ ਫਿਰ ਇਹਨਾਂ ਦਾ ਵੀ ਇਲਾਜ ਚੱਲਦਾ ਰਿਹਾ। ਤੁਸੀਂ ਸੋਚਿਆ ਸੀਗਾ ਕਿ ਜਿਵੇਂ ਕੁੜੀ ਹੋਏਗੀ ਉਹਨੂੰ ਪੜ੍ਹਾਉਣਾ ਹੈ, ਉਸਨੂੰ ਕੀ ਕੁਝ ਬਣਾਉਣਾ ਹੈ? ਕੀ ਸੋਚਿਆ ਸੀ? ਕੁੜੀ ਨੂੰ ਕੀ ਬਣਾਉਣ ਬਾਰੇ ਸੋਚਿਆ ਸੀ? ਜਿਸ ਤਰ੍ਹਾਂ ਵੀ ਆਪਣੀ ਬੇਟੇ ਨੂੰ ਪੜ੍ਹਾ ਕੇ, ਜਿਸ ਤਰ੍ਹਾਂ ਸਾਡੇ ਪੰਜਾਬ 'ਚ ਪੰਜਾਬ ਪੁਲਿਸ ਸਾਡੇ ਪਿਤਾ ਜੀ ਦੇ, ਇਸ ਤਰ੍ਹਾਂ ਵੀ ਇਹਦੇ ਵੀ ਵਰਦੀ ਪਾਉਂਗਾ, ਸਾਡੇ ਘਰ ਦੇ ਵਿੱਚੋਂ ਪੰਜਾਬ ਪੁਲਿਸ ਦਾ ਅਹੁਦਾ ਜਾਵੇ ਨਾ। ਤੇ ਅੱਜ ਤੁਸੀਂ ਦੇਖ ਲਓ ਕਿ ਸਰਕਾਰਾਂ ਨੇ ਤੁਹਾਡੇ ਕੋਲੇ ਤੱਕਿਆ ਵੀ ਨਹੀਂ ਹੈ। ਨਹੀਂ ਅੱਜ ਵੀ ਜੇ ਕੁੜੀ ਆ ਜਾਏ ਤੁਹਾਡੇ ਕੋਲੇ, ਤੁਸੀਂ ਜਿਗਰਾ ਰੱਖਦੇ ਹੋ ਕਿ ਉਹਦੇ ਲਈ ਕੁਛ ਨਾ ਕੁਛ ਕਰੋ, ਉਹਨੂੰ ਪੰਜਾਬ ਪੁਲਿਸ ਲਈ ਬਣਾਓ? ਹਾਂਜੀ, ਦਿਲ ਕਰਦਾ ਤੁਹਾਡਾ? ਮੈਂ ਸਰਕਾਰਾਂ ਨੂੰ ਅਪੀਲ ਜ਼ਰੂਰ ਕਰਨਾ ਚਾਹੁੰਦਾ, ਹਰੇਕ ਪਰਿਵਾਰ ਦੇ ਬੜੇ ਸੁਪਨੇ ਹੁੰਦੇ ਨੇ, ਬਾਪ ਦੇ ਬੜੇ ਸੁਪਨੇ ਹੁੰਦੇ ਨੇ। ਅੱਜ ਇਸ ਪਰਿਵਾਰ ਦੇ ਨਾਲੋਂ ਧੀ ਤਾਂ ਦੂਰ ਗਈ ਕਿਉਂਕਿ ਇਹਨਾਂ ਦੀ ਅੱਖਾਂ ਚਲੀਆਂ ਗਈਆਂ ਸਨ। ਪਰਿਵਾਰ ਦੇ ਵਿੱਚ ਕਮਾਈ ਦਾ ਜ਼ਰੀਆ ਜਿਹੜਾ ਹੈਗਾ ਉਹ ਖਤਮ ਹੋ ਗਿਆ ਸੀਗਾ, ਤੇ ਜੇ ਅੱਖਾਂ ਸਹੀ ਹੁੰਦੀਆਂ ਇਹ ਮਿਹਨਤ ਕਰਕੇ ਵੀ ਆਪਣੇ ਪਰਿਵਾਰ ਨੂੰ ਪਾਲ ਲੈਂਦੇ। ਇਹਨਾਂ ਨੇ ਆਪਣੀ ਧੀ ਨੂੰ ਸੋਚਿਆ ਸੀਗਾ ਕਿ ਪੰਜਾਬ ਪੁਲਿਸ ਦੇ ਵਿੱਚ ਉਹ ਕਰਵਾਉਣ, ਕਿਉਂਕਿ ਇਹਨਾਂ ਦੇ ਪਿਤਾ ਜੀ ਪੰਜਾਬ ਪੁਲਿਸ ਦੇ ਵਿੱਚ ਸਨ, ਤੇ ਹੁਣ ਧੀ ਇਹਨਾਂ ਦੀ 15 ਸਾਲ ਦੀ ਕਹਿੰਦੇ ਹੋ ਚੁੱਕੀ ਹੈਗੀ ਹੈ। ਪਰ ਤਲਾਕ ਹੋ ਗਿਆ ਕਿਉਂਕਿ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਸੀਗਾ, ਤੇ ਘਰ ਵਾਲੀ ਵੀ ਚਲੀ ਗਈ ਦੂਰ। ਹੁਣ ਕਮਾਈ ਦਾ ਸਾਧਨ ਕੀ ਰਹਿ ਜਾਊਗਾ? ਸਰਕਾਰਾਂ ਨੂੰ ਚਾਹੀਦਾ ਕਿ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਹੈਗੇ ਨੇ, ਘੱਟੋ ਘੱਟ ਜੇ ਉਹਨਾਂ ਦੇ ਉੱਤੇ, ਉਹਨਾਂ ਦੇ ਪਰਿਵਾਰਾਂ ਦੇ ਉੱਤੇ ਇੰਨੀ ਤੰਗੀ ਆਈ ਹੈ, ਸਰਕਾਰ ਨੂੰ ਚਾਹੀਦਾ ਕਿ ਕਿਸੇ ਢੰਗ ਨਾਲ ਇਹਨਾਂ ਪਰਿਵਾਰਾਂ ਨੂੰ ਮਿਲਾਇਆ ਜਾ ਸਕਦਾ। ਉਸ ਧੀ ਨੂੰ, ਉਸ ਪਰਿਵਾਰ ਦੇ ਵਿੱਚੋਂ ਕਿਸੇ ਨੂੰ ਸਰਕਾਰੀ ਨੌਕਰੀ, ਉਹਨਾਂ ਦੀ ਘਰ ਵਾਲੀ ਨੂੰ ਕਿਸੇ ਨੂੰ ਜੇ ਸਰਕਾਰੀ ਨੌਕਰੀ ਦਿੱਤੀ ਜਾਂਦੀ ਤੇ ਇਹ
ਕਿਹਾ ਜਾਂਦਾ ਕਿ ਤੁਸੀਂ ਹੁਣ ਜੇ ਬੇਸ਼ੱਕ ਤੁਹਾਡੇ ਪਤੀ ਨਹੀਂ ਦੇਖ ਸਕਦੇ ਤਾਂ ਤੁਸੀਂ ਉਹਨਾਂ ਦੀ ਸੇਵਾ ਕਰੋ। ਸਰਕਾਰੀ ਨੌਕਰੀ ਹੁੰਦੀ, ਜੇ ਘਰ ਦੇ ਵਿੱਚ ਕਮਾਈ ਦਾ ਸਾਧਨ ਹੁੰਦਾ ਤੇ ਇਹ ਪਰਿਵਾਰ ਜਿਹੜਾ ਹੈਗਾ ਸੀ ਇਹ ਅੱਜ ਇਕਜੁੱਟ ਹੋ ਸਕਦਾ ਸੀਗਾ, ਇਕਜੁੱਟ ਰਹਿ ਸਕਦਾ ਸੀਗਾ। ਅੱਜ ਲੇਕਿਨ ਆਪਣੀ ਪਤਨੀ ਨਾਲੋਂ ਵੀ ਦੂਰ ਨੇ, ਆਪਣੀ ਬੱਚੀ ਨਾਲੋਂ ਵੀ ਦੂਰ ਨੇ ਤੇ ਆਪਣੀ ਭਰਜਾਈ ਦੇ ਨਾਲੋਂ ਵੀ ਦੂਰ ਨੇ। ਜਦੋਂ ਤੁਸੀਂ ਨਿੱਕੇ ਆਪਣੇ ਬੱਚੀ ਨਾਲ ਸਮਾਂ ਬਿਤਾਇਆ ਨਾ ਤੇ ਉਹ ਤੁਹਾਨੂੰ ਪਿਆਰ ਕਰਦੀ ਬੱਚੀ ਤੁਹਾਡੇ? ਹਾਂਜੀ ਇਹ ਤਾਂ ਪਤਾ ਲੱਗ ਗਿਆ ਜੀ ਮੈਨੂੰ, ਕਿਸੇ ਮਤਲਬ ਅੱਗੇ ਤੋਂ ਅੱਗੇ ਪਤਾ ਲੱਗਿਆ ਵੀ ਮਤਲਬ ਤੇਰਾ ਨਾਂ ਲੈਂਦੀ ਹੈ, ਮੇਰਾ ਨਾਂ ਲੈਂਦੀ ਜੀ ਤੇ ਮੇਰੀ ਮਾਤਾ ਨਾਂ ਲੈਂਦੀ ਹੈ। ਅੱਛਾ ਅੱਛਾ ਜੀ। ਹਾਂਜੀ। ਤੇ ਮਿਲੀ ਉਸ ਤੋਂ ਬਾਅਦ ਕਦੇ ਤਲਾਕ ਤੋਂ ਬਾਅਦ? ਨਹੀਂ ਜੀ, ਕਦੇ ਵੀ ਨਹੀਂ ਮਿਲੀ ਤੁਹਾਡੇ? ਨਹੀਂ ਜੀ। ਬਸ ਨਹੀਂ ਪਤਾ ਲੱਗਿਆ ਵੀ ਹਾਂ ਵੀ ਮਤਲਬ ਕਹਿ ਰਹੇ ਸੀ ਵੀ ਮੈਂ ਵੀ ਮੇਰੇ ਡੈਡੀ ਦਾ ਨਾਂ ਸੇਵੀ ਆ, ਦਾਦੀ ਦਾ ਨਾਂ ਕੁਲਦੀਪ ਕੌਰ ਆ, ਤਾਇਆ ਜੀ ਨਾਂ ਬਲਿਆਰ ਸਿੰਘ ਆ, ਮੇਰਾ ਦਾਦਾ ਜੀ ਪੰਜਾਬ ਪੁਲਿਸ ਤੇ। ਇਹਨਾਂ ਜਾਣੀ ਕਿ ਇੰਨੀ ਕੁ ਕੁੜੀ ਨੂੰ ਜੇ ਜੱਜਮੈਂਟ ਹੋ ਗਈ। ਜੇ ਪੰਜਾਬ ਸਰਕਾਰ ਵੀ ਸਾਡੇ ਪ੍ਰੋਗਰਾਮ ਨੂੰ ਦੇਖਦੀ ਹੋਵੇ ਨਾ, ਤੇ ਜੇ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਨਾ, ਜੋ ਤੁਹਾਡੀ ਸਟੋਰੀ ਨੂੰ, ਕਹਾਣੀ ਨੂੰ ਦੇਖਦੇ ਨੇ ਤੇ ਇਹ ਐਲਾਨ ਕਰਦੇ ਨੇ ਕਿ ਮੈਂ ਤੁਹਾਡੀ ਬੱਚੀ ਨੂੰ ਪੰਜਾਬ ਪੁਲਿਸ ਦੀ ਨੌਕਰੀ ਦਊਂਗਾ ਜੇ ਪਰਿਵਾਰ ਇਕਜੁੱਟ ਹੁੰਦਾ ਹੈ, ਤੇ ਤੁਸੀਂ ਚਾਹੋਗੇ ਕਿ ਤੁਹਾਡਾ ਪਰਿਵਾਰ ਸਾਰਾ ਵਾਪਸ ਆ ਜਾਏ? ਹਾਂਜੀ। ਕੀ ਅਪੀਲ ਕਰਦੇ ਹੋ ਕੈਪਟਨ ਅਮਰਿੰਦਰ ਸਿੰਘ ਨੂੰ ਤੁਸੀਂ? ਬਸ ਮੈਂ ਇਹ ਅਪੀਲ ਕਰਦਾ ਜੇ ਮਤਲਬ ਮੇਰੀ ਬੱਚੀ ਨੂੰ ਨੌਕਰੀ ਦੇਣਗੇ, ਇਹ ਸਾਡਾ ਪਰਿਵਾਰ ਇਕਜੁੱਟ ਹੋ ਜਾਵੇ ਤਾਂ ਬਹੁਤ ਹੀ ਵਧੀਆ ਗੱਲ ਹੈ ਜੀ। ਦੇਖ ਲਓ, ਪਰਿਵਾਰ ਤੁਹਾਨੂੰ ਛੱਡ ਕੇ ਚਲਾ ਗਿਆ, ਤੁਸੀਂ ਅੱਜ ਵੀ ਆਪਣੀ ਬੱਚੀ ਬਾਰੇ ਸੋਚ ਰਹੇ ਹੋ। ਪਤਨੀ ਨੂੰ ਜੇ ਨੌਕਰੀ ਦੇ ਦੇਣ ਤਾਂ ਵੀ ਖੁਸ਼ ਹੋ ਜਾਓਗੇ? ਪਤਨੀ ਦਾ ਜੀ ਉਹਨਾਂ ਦਾ ਜੀ ਆਪਣਾ ਵਿਆਹ ਕਰਾ ਲਿਆ। ਅੱਛਾ, ਉਹਨਾਂ ਨੇ ਅੱਗੇ ਵਿਆਹ ਕਰਵਾ ਲਿਆ। ਹਾਂਜੀ। ਤੇ ਬੱਚੀ ਕਿੰਨਾ ਕੋਲ ਰਹਿ ਰਹੀ ਹੈ? ਬੱਚੀ ਆਪਣੀ ਮਾਤਾ ਕੋਲ ਰਹਿੰਦੀ। ਬੱਚੀ ਆਪਣੀ ਮਾਤਾ ਕੋਲ ਰਹਿ ਰਹੀ ਹੈ। ਹਾਂਜੀ। ਤੁਸੀਂ ਦੇਖ ਸਕਦੇ ਹੋ ਇੱਕ ਬਾਪ ਹਾਲੇ ਵੀ ਆਪਣੀ ਧੀ ਬਾਰੇ ਸੋਚ ਰਿਹਾ ਹੈ। ਬੇਸ਼ੱਕ ਉਹਨਾਂ ਦੀ ਪਤਨੀ ਬੱਚੀ ਨੂੰ ਲੈ ਕੇ ਚਲੀ ਗਈ ਹੈ, ਲੇਕਿਨ ਉਹਨਾਂ ਦਾ ਦਿਲ ਹਾਲੇ ਵੀ ਆਪਣੀ ਧੀ ਨਾਲ ਜੁੜਿਆ ਹੋਇਆ ਹੈ। ਉਹ ਹਾਲੇ ਵੀ ਆਪਣੀ ਧੀ ਦੇ ਲਈ ਅਸੀਸਾਂ ਮੰਗਦੇ ਨੇ ਤਾਂ ਜੋ ਉਹਨਾਂ ਨੂੰ ਨੌਕਰੀ ਮਿਲ ਸਕੇ, ਆਉਣ ਵਾਲੇ ਸਮੇਂ ਦੇ ਵਿੱਚ ਉਹ ਸੈੱਟ ਹੋ ਸਕਣ। ਹਾਲੇ ਬੱਚੀ ਦੀ ਉਮਰ ਖੈਰ 15 ਸਾਲ ਹੈਗੀ ਹੈ। ਤੇ ਬਲਿਹਾਰ ਜੀ, ਜਿੱਦਾਂ ਤੁਸੀਂ ਰਿਸ਼ਤੇਦਾਰਾਂ ਦੀ ਵੀ ਗੱਲ ਕਰ ਲਈ ਹੈ ਨਾ, ਤੇ ਹੁਣ ਤੁਹਾਨੂੰ ਜਿੱਦਾਂ ਨਜ਼ਰ ਨਹੀਂ ਆਉਂਦਾ, ਬੜਾ ਔਖਾ ਹੋ ਜਾਂਦਾ ਜ਼ਿੰਦਗੀ ਦੇ ਵਿੱਚ, ਜਦੋਂ ਜ਼ਿੰਦਗੀ ਦੇ ਤੁਸੀਂ ਰੰਗ ਵੀ ਦੇਖੇ ਨੇ, ਜਦੋਂ ਅੱਖਾਂ ਥੋੜ੍ਹੀਆਂ ਕੰਮ ਕਰਦੀਆਂ। ਬਾਈ ਜਰਾਂ ਨੇ ਵੀ ਦੇਖੇ ਨਾ ਜ਼ਿੰਦਗੀ ਦੇ ਬਹੁਤ ਰੰਗ, ਤੇ ਅੱਜ ਤੁਸੀਂ ਤੁਹਾਡੇ ਅੱਗੇ ਇੱਕ ਹਨੇਰਾ ਹੀ ਹਨੇਰਾ ਹੈਗਾ ਨਾ। ਕੋਈ ਉਮੀਦ ਹੈਗੀ ਹੈ ਤੁਹਾਨੂੰ ਹਾਲੇ ਵੀ ਕੋਈ, ਕਿ ਕੋਈ ਸੂਰਜ ਦੀ ਕਿਰਨ ਆਊਗੀ? ਪਰਮਾਤਮਾ ਅੱਗੇ ਅਰਦਾਸ ਹੈ, ਪਰਮਾਤਮਾ ਦੇ ਭਰੋਸਾ ਹੈ ਵੀ ਕਦੇ ਨਾ ਕਦੇ ਨਿਗਾਹ ਦਊਗਾ ਪਰਮਾਤਮਾ। ये कोई सरकार मदद कर दे कुड़ी आज भी को ਜੀ ਜੀ खटता सी कर दे ਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਪਰਿਵਾਰ ਦੇ ਨਾਲ ਆਪਣੇ ਕਰਨੈਲ ਸਿੰਘ ਜੀ ਹੋਰਾਂ ਵੀ ਇਹਨਾਂ ਨੂੰ ਇਹਨਾਂ ਦੀ ਮਦਦ ਕਰਦੇ ਨੇ। ਕਰਨੈਲ ਸਿੰਘ ਜੀ, ਆਜੋ ਤੁਸੀਂ ਵੀ ਇੱਥੇ ਬੈਠੋ ਸੈਂਟਰ 'ਚ। ਸੋ ਜਦੋਂ ਦੋਵਾਂ ਭਰਾਵਾਂ ਦਾ ਸਹਾਰਾ ਕੋਈ ਨਹੀਂ ਬਣਿਆ ਸੀ ਤੇ ਫਿਰ ਕਰਨੈਲ ਸਿੰਘ ਜੀ ਹੁਣ ਉਹਨਾਂ ਦੀ ਦੇਖ ਰੇਖ ਕਰਦੇ ਨੇ, ਤੇ ਕਰਨੈਲ ਸਿੰਘ ਜੀ ਵੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕਰਨੈਲ ਸਿੰਘ ਜੀ, ਤੁਸੀਂ ਕੀ ਕੰਮ ਕਰਦੇ ਹੋ? ਕੰਮ ਖੇਤੀਬਾੜੀ ਦਾ ਦਿਹਾੜੀ ਕਰਨਾ ਜੀ, ਜ਼ਿਮੀਂਦਾਰਾਂ ਦਾ। ਅੱਛਾ। ਹਾਂਜੀ। ਤੇ ਦੋਨਾਂ ਬਾਈਆਂ ਨਾਲ ਕਦੋਂ ਜੁੜੇ ਤੁਸੀਂ? ਇਹਨਾਂ ਦਾ ਬਹੁਤ ਚਿਰ ਤੇ ਜੀ ਅਸੀਂ ਇੱਕ ਬਾਬੇ ਦੇ ਜਾਂਦੇ ਤੇ ਜੀ, ਇਹ ਵੀ ਉੱਥੇ ਹੀ ਹੁੰਦਾ ਸੀ ਜੀ, ਮੈਂ ਵੀ ਉੱਥੇ ਹੀ ਹੁੰਦਾ ਸੀ ਵੀ ਉੱਥੇ ਸਾਡੀ ਇੱਕ ਜਾਣ ਪਛਾਣ ਹੋ ਗਈ। ਚੱਲ ਜੀ ਜਦੇ ਵੇਦੇ ਬੱਚਿਆਂ ਵਾਂਗੂ ਰਹਿਣ ਲੱਗੇ ਮੇਰੇ ਨਾਲ। ਚੱਲ ਹੁਣ ਜਦ ਹੀ ਇਹਨਾਂ ਦੀ ਮਾਤਾ ਦੀ ਡੈਥ ਹੋ ਗਈ, ਪਹਿਲਾਂ ਉਹਨੂੰ ਚੱਕੀ ਫਿਰਦਾ ਰਿਹਾ ਕਿਧਰੇ ਕਿਧਰੇ, ਫਿਰ ਉਹ ਦੂਜਾ ਇਹਦਾ ਦੋਸਤ ਲੈ ਗਿਆ ਉਹਨੂੰ ਚੱਕ ਕੇ, ਉਹਦੇ ਘਰ ਰਹਿੰਦੀ ਰਹੀ। ਫਿਰ ਜਿੱਦਣ ਸੁਰਗਵਾਸ ਹੋਈ ਉਦਣ ਵੀ ਅਸੀਂ ਸਾਰੇ ਇਕੱਠੇ ਹੀ ਸੀ। ਇਹਦੇ ਉਹਦੇ ਭਤੀਜੇ ਨੂੰ ਫੋਨ ਕਰਿਆ ਵੀ ਭਾਈ ਇੱਦਾਂ ਦਾ ਗੱਲ ਹੋਊਗੀ, ਡਾਕਟਰ ਜਵਾਬ ਦਿੰਦਾ, ਉਹ ਕਹਿੰਦਾ ਮੈਂ ਕੀ ਕਰਾਂ। ਚੱਲ ਜੀ ਉੱਥੋਂ ਡਾਕਟਰਾਂ ਨੇ ਜਵਾਬ ਦਿੱਤਾ, ਘਰ ਲਿਆਏ। ਘਰ ਆ ਕੇ ਕਹਿੰਦੀ ਮੈਨੂੰ ਪਾਣੀ ਦੇ ਦਿਓ ਬਈ, ਪਾਣੀ 'ਤੇ ਪਹਿਲਾਂ ਹੀ ਆਪਣਾ ਚੜਾਈ ਕਰ ਗਈ ਜੀ। ਉਹ ਉੱਥੋਂ ਠੀਕ ਠਾਕ ਮੋਟਰਸਾਈਕਲ 'ਤੇ ਬੈਠ ਕੇ ਆਈ ਹੈ। ਇੱਥੋਂ ਮੈਂ ਕੱਲੀ ਨੂੰ ਬਿਠਾਲ ਕੇ ਲੈ ਕੇ ਗਿਆ ਘਰ 'ਤੇ। ਪਹਿਲਾਂ ਮਾਂ ਦੋਨਾਂ ਪੁੱਤ ਨੂੰ ਸਾਂਭ ਲੈਂਦੀ ਸੀ? ਹਾਂਜੀ ਹਾਂ, ਪਹਿਲਾਂ ਦੋਨਾਂ ਨੂੰ ਸਾਂਭਦੀ ਸੀ। ਹਾਂ ਜੀ, ਦੋਨਾਂ ਦਾ ਜੋ ਹੁੰਦਾ ਕੱਪੜਾ ਲੀੜਾ ਸਭ ਕੁਝ ਕਰਦੀ, ਨਰੇਗਾ ਦੇ ਵਿੱਚ ਕੰਮ ਕਰਦੀ ਸੀ ਉਹ। ਹਾਂਜੀ। ਅੱਜ ਕੱਲ੍ਹ ਤਾਂ ਕਹਿੰਦੇ ਹਰੇਕ ਸ਼ਖਸ ਕੋਲ, ਕਿਸੇ ਵੀ ਕੋਈ ਸ਼ਖਸ ਹੈ ਤਾਂ ਆਪਣੇ ਪਰਿਵਾਰ ਜੋ ਕੋਈ ਸਮਾਂ ਨਹੀਂ ਹੈਗਾ, ਜਿਵੇਂ ਭਰੀ ਜ਼ਿੰਦਗੀ ਹੈ। ਤੁਸੀਂ ਆਪਣਾ ਫਿਰ ਕਿਵੇਂ ਸਮਾਂ ਕੱਢਦੇ ਹੋ ਦੋਵਾਂ ਭਰਾਵਾਂ ਲਈ? ਇਹਨਾਂ ਖਾਤਰ ਉਹ ਪਰਮਾਤਮਾ ਹੀ ਕਢਾਉਣ ਵਾਲਾ ਜੀ। ਜਦੇ ਫੋਨ ਕਰਦੇ ਨੇ ਮੈਂ ਜਦੇ ਹੀ ਆ ਜਾਂਦਾ। ਪਰਮਾਤਮਾ ਨੇ ਕੁਦਰਤ ਇਹੀ ਜਿਹਾ ਮੈਨੂੰ ਮੋਟਰਸਾਈਕਲ ਪਹਿਲਾਂ ਹੀ ਦਿੱਤਾ, ਵਿਆਹ ਸਮੱਸਿਆ ਕਰਨੀ ਆ ਤੇਰੇ 'ਤੇ। ਤੁਸੀਂ ਕਿੱਥੇ ਰਹਿੰਦੇ ਹੋ? ਉਰੇ ਬੜਲੇ ਹੀ ਰਹਿੰਦੇ ਜੀ, ਕਈ ਵਾਰੀ ਇਹਨਾਂ ਦੇ ਕੋਲ ਹੀ ਰਹਿੰਦੇ, ਉਰੇ ਹੀ ਪੈ ਜਾਂਦਾ। ਹਾਂਜੀ, ਇੱਥੇ ਹੀ ਪੈ ਜਾਂਦੇ ਆ। ਇੱਥੇ ਹੀ ਪੈ ਜਾਂਦਾ। ਤੁਹਾਡੇ ਪਰਿਵਾਰ 'ਚ ਕੌਣ ਕੌਣ ਹੈ? ਬੱਚੇ ਮੁੰਡੇ ਨੇ, ਨੂੰਹਾਂ ਨੇ, ਪੋਤੇ ਪੋਤੀਆਂ, ਦੋਤੇ ਦੋਤੀਆਂ ਸਭ ਕੁਝ ਹੈਗਾ ਜੀ। ਅੱਛਾ, ਉਹ ਕਹਿੰਦੇ ਨਹੀਂ ਕਿ ਤੁਸੀਂ ਪਰਿਵਾਰ ਨੂੰ ਟਾਈਮ ਦਿਓ, ਤੁਸੀਂ ਉੱਧਰ ਚਲੇ ਜਾਂਦੇ ਹੋ? ਨਾ ਨਾ, ਉਹਨਾਂ ਨੇ ਕਿਆ ਕਹਿਣਾ ਜੀ, ਉਹ ਤਾਂ ਕਹਿੰਦੇ ਵੀ ਆਪਣਾ ਫੱਕਰ ਲੋਕ ਆ, ਇਹਦਾ ਕੀ ਪਤਾ ਕਿੱਥੇ ਰਹਿਣਾ ਕਿੱਥੇ ਨਹੀਂ ਰਹਿਣਾ। ਕਦੇ ਆਪਣਾ ਮੋਟਰ 'ਤੇ ਹੀ ਪੈ ਜਾਂਦਾ, ਕਦੇ ਜੇ ਇਹਨਾਂ ਨੇ ਫੋਨ ਕਰਤਾ ਸਾਡੇ ਕੋਲ ਆ ਜਾ ਤਾਂ ਇਹਨਾਂ ਦੇ ਕੋਲ ਆ ਜਾਈਦਾ, ਨਹੀਂ ਆਪਣਾ ਘਰ ਵੀ ਪੈ ਜਾਈਦਾ। ਜੀ ਜੀ। ਸੇਵਾ ਸਿੰਘ ਜੀ, ਕੁਲਵਿੰਦਰ ਸਿੰਘ ਜੀ ਕਿਵੇਂ ਮਦਦ ਕਰਦੇ ਨੇ ਤੁਹਾਡੀ? ਹਾਂਜੀ ਜੀ, ਕੁਲਵਿੰਦਰ ਜੀ ਕਿਵੇਂ ਮਦਦ ਕਰਦੇ ਨੇ ਤੁਹਾਡੀ? ਆਪਣੀ ਕਰਨੈਲ ਸਿੰਘ ਜੀ। ਹਾਂਜੀ ਹਾਂਜੀ। ਕਰਨੈਲ ਸਿੰਘ ਜਦੋਂ ਸਾਨੂੰ ਕਰਨੈਲ ਸਿੰਘ ਜੀ, ਸੌਰੀ ਮੈਂ ਕੁਲਵਿੰਦਰ ਬੋਲ ਰਿਹਾ, ਕਰਨੈਲ ਸਿੰਘ ਜੀ।
ਜਦੋਂ ਸਾਨੂੰ ਜ਼ਰੂਰਤ ਹੁੰਦੀ ਕਿਤੇ ਜਾਣਾ ਹੁੰਦਾ ਜੀ ਤਾਂ ਇਹਨਾਂ ਨੂੰ ਫੋਨ ਕਰਕੇ ਸੱਦ ਲਈਦਾ, ਕਹੀਦਾ ਲੈ ਜਾਂਦੇ ਨੇ। ਬਾਕੀ ਇਹ ਆਪਣਾ ਤੋਂ ਬਾਅਦ ਆਪਣਾ ਕੰਮ ਕਾਰ ਕਰਦੇ ਨੇ ਜੀ। ਅੱਛਾ ਅੱਛਾ ਜੀ। ਹਾਂਜੀ। ਤੇ ਜੇ ਰੁਪਏ ਟਕੇ ਦੀ ਲੋੜ ਹੁੰਦੀ ਹੈ ਮਦਦ ਕਰ ਦਿੰਦੇ ਜੀ? ਹੈ ਜੇ ਪੈਸੇ ਟਕੇ ਦੀ ਕਦੇ ਲੋੜ ਹੁੰਦੀ ਹੈ ਹਾਂਜੀ ਹਾਂ ਤਾਂ ਦੇ ਦਿੰਦੇ ਨੇ ਜੀ। ਤੁਸੀਂ ਇਹਨਾਂ ਦੀ ਸੇਵਾ ਕਰ ਰਹੇ ਹੋ ਨਾ, ਇਹ ਵੀ ਬੜਾ ਪੁੰਨ ਦਾ ਵੱਡਾ ਕੰਮ ਹੈਗਾ। ਤੇ ਤੁਹਾਡੇ ਮਨ 'ਚ ਕਿਵੇਂ ਆਏ ਕਿ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ? ਮਦਦ ਮੈਂ ਤਾਂ ਕਹਿਣਾ ਜੀ, ਜੇ ਕੋਈ ਸਰਕਾਰ ਇਹਨਾਂ ਦੀ ਮਦਦ ਕਰ ਦੇਵੇ ਤੇ ਮੈਂ ਵੀ ਆਪਣਾ ਕੰਮ ਕਰਕੇ ਖਾਂਦਾ ਪੀਂਦਾ ਰਹਾਂ। ਵੀ ਇਹਨਾਂ ਦਾ ਇਹ ਵਿਚਾਰਿਆਂ ਕੋਲ ਕੋਈ ਪੈਸਾ ਹੀ ਹੋਵੇ, ਕੋਈ ਰੋਟੀ ਉਹ ਦੇਵੇ ਇਹਨਾਂ ਨੂੰ। ਇੱਦਾਂ ਰੋਟੀ ਜ਼ਰੂਰ ਦਿੰਦੇ ਨੇ ਇਹਨਾਂ ਨੂੰ, ਪਰਜਾ ਦਿੰਦੇ ਤੇ ਕੋਲੇ ਨਹੀਂ, ਪਰ ਇਹਨਾਂ ਨੂੰ ਬੜੀ ਸ਼ਰਮ ਆਉਂਦੀ ਆ। ਨਹੀਂ ਮੋਟਰਸਾਈਕਲ 'ਤੇ ਬਿਠਾ ਲਈਦਾ, ਗੁਰਦੁਆਰੇ ਲੈ ਕੇ ਜਾਈਦਾ। ਮੈਂ ਵੀ ਗੁਰਦੁਆਰੇ ਹੀ ਖਾਂਦਾ। ਤੁਸੀਂ ਵੀ ਗੁਰਦੁਆਰੇ? ਹਾਂਜੀ ਠੀਕ ਹੈ ਜੀ। ਸਾਡੇ 4 ਪਾਸੇ ਲੰਗਰ ਚੱਲਦਾ ਹੈ। ਬਈ ਜਦੇ ਇਹਨੂੰ ਪਹਿਲਾਂ ਪੁੱਛੀਦਾ ਆ ਕੇ ਬਲੇ ਆਹ ਰੋਟੀ ਖਾ ਲਈ, ਖਾਣੀ ਹੈ? ਜਦੇ ਮੋਟਰਸਾਈਕਲ 'ਤੇ ਬਿਠਾ ਲੈਣਾ, ਮੈਂ ਵੀ ਖਾ ਲੈਣੀ, ਇਹਨੂੰ ਵੀ ਖਿਲਾ ਦੇਣੀ ਹੈ। ਜੇ ਸ਼ਾਮ ਨੂੰ ਮੇਰਾ ਨਹੀਂ ਟਾਈਮ ਤਾਂ ਉੱਥੇ ਗੁਰਦੁਆਰੇ 'ਤੇ ਪ੍ਰਸ਼ਾਦਾ ਇਹਨੂੰ ਦੋਣਾ ਹੈ। ਉਹ ਵੀ ਦਿੰਦੇ ਨੇ ਐਨ ਹੱਸ ਕੇ, ਕਹਿੰਦੇ ਕੋਈ ਚੱਕਰ ਨਹੀਂ ਹੈ। ਉਹ ਕਹਿੰਦੇ ਜੇ ਨਹੀਂ ਵੀ ਟਾਈਮ ਹੁੰਦਾ ਤੂੰ ਇਹਨਾਂ ਜੋਗੀ ਰੋਟੀ ਲੈ ਜਾ ਕਰ ਆ ਕੇ, ਦੇ ਦਿੰਦੇ ਨੇ। ਬਲਹਾਰ ਜੀ, ਕਿਉਂਕਿ ਸਾਡੇ ਦਰਸ਼ਕ ਬਹੁਤ ਸਾਰੇ ਵਿਦੇਸ਼ਾਂ 'ਚ ਪ੍ਰੋਗਰਾਮ ਤੁਹਾਡਾ ਦੇਖ ਰਹੇ ਨੇ ਨਾ, ਤੇ ਜਿਹੜੇ ਸਾਡੇ NRIs ਹੈਗੇ ਨੇ ਉਹ ਹਮੇਸ਼ਾ ਹੀ ਸਮਾਜ ਸੇਵਾ ਲਈ ਅੱਗੇ ਰਹਿੰਦੇ ਹੈਗੇ ਨੇ। ਉਹਨਾਂ ਨੇ ਬਹੁਤ ਲੋਕਾਂ ਦੀ ਵੀ ਸਮਾਜ ਸੇਵਾ ਕੀਤੀ। ਸਾਡੀ ਵੀ ਕੋਸ਼ਿਸ਼ ਇਹ ਹੁੰਦੀ ਜਿਹੜੇ ਸਾਡੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਨੇ, ਕਿਉਂਕਿ ਸੱਚੀ ਤਾਂ ਮਨੁੱਖਤਾ ਦੀ ਜਿਹੜੀ ਸੇਵਾ ਇਹੀ ਹੈਗੀ ਹੈ। ਅਸੀਂ ਭਾਵੇਂ ਗੁਰੂ ਘਰਾਂ ਦੇ ਵਿੱਚ, ਧਾਰਮਿਕ ਸਥਾਨਾਂ ਦੇ ਵਿੱਚ ਜਾ ਕੇ ਦਾਨ ਤਾਂ ਕਰਦੇ ਹੈਗੇ ਆ, ਸਾਨੂੰ ਇੱਕ ਜ਼ਰੂਰ ਸਵਾਲ ਮਨ ਵਿੱਚ ਹੁੰਦਾ ਹੈ, ਪਤਾ ਨਹੀਂ ਦਾਨ ਸਹੀ ਜਗ੍ਹਾ ਲੱਗਿਆ ਜਾਂ ਨਹੀਂ ਲੱਗਿਆ ਹੈ। ਪਰ ਜਿਹੜੇ ਮਨੁੱਖ, ਜਿਹੜੇ ਉਸ ਕੁਦਰਤ ਦੇ ਬਣਾਏ ਹੋਏ ਮਨੁੱਖ ਨੇ, ਉਸ ਵਾਹਿਗੁਰੂ ਦੇ ਬਣਾਏ ਹੋਏ ਮਨੁੱਖ ਹੈਗੇ ਨੇ, ਜੇ ਉਹੀ ਤੜਫ ਤੜਫ ਕੇ ਮਾਰ ਰਹੇ ਨੇ ਤਾਂ ਸਾਨੂੰ ਆਪਣੀ ਦਾਨ ਦੀ ਦਿਸ਼ਾ ਵੀ ਸੋਚਣੀ ਪੈਣੀ ਹੈ, ਕਿਵੇਂ ਬਦਲਣੀ ਪੈਣੀ ਹੈ। ਬਲਹਾਰ ਜੀ, ਕੋਈ ਨੰਬਰ ਹੈਗਾ ਤੁਹਾਡੇ ਕੋਲੇ ਜੋ ਤੁਹਾਡੇ ਕੋਲ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ ਹੈ ਨਾ, ਤੁਹਾਡੀ ਕੋਈ ਮਦਦ ਕਰਨਾ ਚਾਹੁੰਦਾ ਤੇ ਕਿੱਥੇ ਸੰਪਰਕ ਕਰ ਸਕਦਾ ਹੈ? ਪੂਰੀ ਬਸ ਮੋਬਾਈਲ ਤੇ ਇੱਥੇ ਹੁੰਨਾ ਜੀ ਮੈਂ। ਅੱਛਾ, ਮੋਬਾਈਲ ਨੰਬਰ ਕੋਈ ਹੈਗਾ ਤੁਹਾਡੇ ਕੋਲ? ਲਿਖਾ। ਅੱਛਾ, ਇਹ ਤੁਹਾਡਾ ਸੇਵਾ ਸਿੰਘ। ਸੋ ਦਰਸ਼ਕੋ, ਤੁਸੀਂ ਨੰਬਰ ਦੇਖ ਸਕਦੇ ਹੋ। ਜੇ ਕੋਈ ਵੀ ਸੰਪਰਕ ਕਰਨਾ ਚਾਹੁੰਦਾ ਹੋਵੇ ਤੇ ਸੇਵਾ ਸਿੰਘ ਜੀ ਦਾ ਨੰਬਰ ਹੈਗਾ 7986520991। ਇੱਕ ਵਾਰ ਮੈਂ ਦੁਬਾਰਾ ਰਿਪੀਟ ਕਰ ਦਿੰਦਾ, 7986520991। ਇਹ ਤੁਸੀਂ ਕਲੋਜ਼ ਵੀ ਕਰ ਦਿਓ ਨੰਬਰ ਨੂੰ। ਤੇ ਬਲਿਹਾਰ ਜੀ ਦਾ ਨੰਬਰ ਹੈਗਾ 9876874874 9876874874। ਤੇ ਤੁਸੀਂ ਇਸ ਨੰਬਰ ਉੱਤੇ ਸੰਪਰਕ ਜਿਹੜਾ ਹੈਗਾ ਇਹਨਾਂ ਨਾਲ ਵੀ ਕਰ ਸਕਦੇ ਹੋ। ਤੇ ਅਸੀਂ ਉਮੀਦ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜੇ ਲੋਕ ਹੈਗੇ ਨੇ ਇਸ ਪਰਿਵਾਰ ਦੀ ਜ਼ਰੂਰ ਮਦਦ ਕਰਨ, ਕਿਉਂਕਿ ਦੋਵਾਂ ਭਰਾਵਾਂ ਨੂੰ ਅੱਖਾਂ ਤੋਂ ਨਹੀਂ ਦਿਸਦਾਗਾ। ਆ ਤੁਸੀਂ ਪਰਚੀ ਪਾ ਲਓ ਜੇਬ ਜੀ। ਤੇ ਤੁਸੀਂ ਫਿਰ ਰੋਜ਼ਾਨਾ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ, ਜਿਵੇਂ ਨਹਾਉਣਾ ਧੋਣਾ, ਤੇ ਉਹ ਫਿਰ ਕੌਣ ਕਰਵਾਉਂਦਾ ਤੁਹਾਨੂੰ? ਆਹ ਮੁੰਡਾ ਹੈਗਾ ਜੀ ਛੋਟਾ ਜਿਹਾ। ਹੈਗਾ ਜੀ, ਇਹ ਪਾਣੀ ਕੋਲ ਲੈ ਕੇ ਜਾਂਦਾ ਜੀ। ਅੱਛਾ, ਇਹ ਮੁੰਡਾ ਲੈ ਕੇ ਜਾਂਦਾ? ਕੋਲ ਹੀ ਰਹਿੰਦਾ ਜੀ। ਅੱਛਾ, ਇਹ ਤੁਹਾਡੇ ਦੋਸਤ ਦਾ ਮੁੰਡਾ ਹੈ? ਹਾਂਜੀ, ਇਹ ਗੋਗਾ ਮੜੀ ਹੈ ਆਪਣੇ ਇੱਥੇ ਦਰਬਾਰ ਹੈ ਗੋਗਾ ਮੜੀ ਜੀ। ਅੱਛਾ, ਇਹ ਉੱਥੇ ਰਹਿੰਦਾ ਜੀ। ਮੈਂ ਨਾ ਸੁਬਾਹ ਸ਼ਾਮ ਮੱਥਾ ਟੇਕਣ ਜਾਂਦਾ ਹੁੰਦਾ ਜੀ। ਇਹ ਉੱਥੇ ਰਹਿੰਦਾ। ਫਿਰ ਹੁਣ ਵੀ ਇਹ ਆਪਣੇ ਘਰੋਂ ਰੋਟੀ ਖਾ ਕੇ ਆਇਆ ਜੀ ਇਹ। ਅੱਛਾ ਅੱਛਾ ਜੀ। ਤੇ ਹੁਣ ਰੋਟੀ ਖਾ ਕੇ ਆ ਗਿਆ ਇਹ ਮੇਰੇ ਕੋਲ। ਇਹ ਫਿਰ ਸ਼ਾਮ ਨੂੰ ਮੈਨੂੰ ਹੁਣ 5 ਵਜੇ ਲੈ ਕੇ ਜਾਊਗਾ, ਮੱਥਾ ਟੇਕ ਕੇ ਰੋਟੀ ਖਾ ਕੇ ਇੱਥੇ ਫਿਰ ਇੱਥੇ ਆ ਕੇ ਪੈ ਜਾਂਦਾ ਜੀ। ਕੀ ਨਾਮ ਹੈ ਜੀ ਇਹਨਾਂ ਦੇ ਪਿਤਾ ਦਾ? ਅਮਰਤਪਾਲ ਸਿੰਘ ਹੈ ਜੀ। ਅੱਛਾ ਬੇਟਾ, ਤੁਹਾਡਾ ਕੀ ਨਾਮ ਹੈ? ਹਰਦੀਪ ਸਿੰਘ। ਹਰਦੀਪ ਸਿੰਘ। ਤੇ ਪਾਪਾ ਨੇ ਕਿਹਾ ਕਿ ਸੇਵਾ ਕਰਨੀ ਇਹਨਾਂ ਦੀ? ਸੇਵਾ ਕਰਕੇ ਮਜ਼ਾ ਆਉਂਦਾ ਤੁਹਾਨੂੰ? ਚੰਗਾ ਲੱਗਦਾ ਇਹਨਾਂ ਨਾਲ ਸਮਾਂ ਬਿਤਾਉਣਾ? ਖੇਲੀ ਜਾਂਦਾ ਹੈ ਇਹ। ਸਕੂਲ ਵੀ ਜਾਂਦੇ ਪੜਨ? ਪੜਦਾ ਜੀ। ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ? ਸੋਚਿਆ ਕੁਝ ਕਰੇ? ਤੁਸੀਂ ਦੇਖ ਲਓ, ਸਾਡੇ ਜਿਹੜੇ ਦੇਸ਼ ਦੇ ਬੱਚੇ ਹੈਗੇ ਨੇ ਪਿਆਰੇ, ਉਹਨਾਂ ਦੀ ਸੇਵਾ ਕਰ ਰਹੇ ਨੇ, ਜਿਨ੍ਹਾਂ ਦੀ ਸੇਵਾ ਰਿਸ਼ਤੇਦਾਰਾਂ ਦੀ ਵੀ ਫਰਜ਼ ਬਣਦਾ ਸੀ, ਸਾਡੇ ਸਮਾਜ ਦੀ ਡਿਊਟੀ ਬਣਦੀ ਸੀਗੀ। ਪਰ ਫਿਰ ਵੀ ਤੁਸੀਂ ਦੇਖੋ, ਆਪਣੇ ਘਰੋਂ ਇਹਨਾਂ ਦੇ ਪਿਤਾ ਨੇ ਇਹਨਾਂ ਨੂੰ ਕਹਿ ਕੇ ਭੇਜਿਆ ਤੁਸੀਂ ਜਾ ਕੇ ਸੰਭਾਲਣਾ ਹੈਗਾ ਆਪਣੇ ਇਹਨਾਂ ਦੇ ਜਿਹੜੇ ਯਾਰ ਬੇਲੀ ਦੋਸਤ ਹੈਗੇ ਨੇ। ਪਰ ਇੱਕ ਉਹਨਾਂ ਦੇ ਰਿਸ਼ਤੇਦਾਰ ਦੀ ਬੜੀ ਵੱਡੀ ਡਿਊਟੀ ਬਣਦੀ ਸੀ। ਗਿਲਾ ਇਹਨਾਂ ਨੂੰ ਜ਼ਰੂਰ ਹੈਗਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਵੀ। ਤੇ ਬੇਟਾ, ਕਿੰਨੀ ਦੇਰ ਤੱਕ ਰਹਿੰਦੇ ਹੁੰਦੇ ਤੁਸੀਂ ਇੱਥੇ ਫਿਰ? ਇਹ ਤਾਂ ਮੇਰੀ ਬੀਬੀ ਹੁੰਦੇ ਰਹਿੰਦੇ 24 ਘੰਟੇ ਹੀ ਇੱਥੇ ਜਦ ਮੇਰੀ ਬੀਬੀ ਹੁੰਦੀ ਸੀ। ਇਹਨੂੰ 5-6 ਸਾਲ ਤੁਹਾਨੂੰ ਤਾਂ ਪੋਤੀ ਇਹ ਲੱਗਣ ਲੱਗ ਗਿਆ ਹੋਣਾ ਤੁਹਾਡਾ ਨਾ? ਹਾਂਜੀ ਹਾਂਜੀ, ਸਾਰੀ ਦਿਹਾੜੀ ਇਹਦੇ ਖੇਲੀ ਜਾਂਦਾ, ਲਿਟੀ ਜਾਂਦਾ ਤੇ ਉੱਪਰ। ਜੀ ਜੀ ਜੀ। ਹਾਂਜੀ, ਹੋ ਗਏ 5 ਸਾਲ ਹੋ ਗਈ। ਨਹਾਣਾ ਧੋਣਾ ਫਿਰ ਇੱਥੇ ਆਪੇ ਕਰਦੇ ਹੋ ਤੁਸੀਂ? ਹਾਂਜੀ। ਅੱਛਾ, ਤੇ ਬੱਚਾ ਨਾਲ ਹੈਲਪ ਕਰ ਦਿੰਦਾ ਕੱਪੜੇ ਫੜਾਉਣ ਦੇ ਵਿੱਚ? ਹਾਂਜੀ ਹਾਂਜੀ। ਤੇ ਜਿਵੇਂ ਕੋਈ ਚੀਜ਼ ਲੈਣ ਜਾਣੀ ਹੋਵੇ, ਕੋਈ ਆਲੇ ਦੁਆਲੇ, ਜੀ ਮੇਰੇ ਇਹ ਨਾਲ ਚਲੇ ਜਾਂਦਾ। ਇਹ ਨਾਲ ਚਲੇ ਜਾਂਦਾ? ਹਾਂਜੀ। ਅੱਛਾ ਜੀ। ਤੇ ਸੇਵਾ ਸਿੰਘ ਜੀ, ਤੁਸੀਂ ਕੁਛ ਜ਼ਿੰਦਗੀ ਦੇ ਵਿੱਚ ਕੋਈ ਗਿਲਾ ਤੁਹਾਨੂੰ? ਨਹੀਂ, ਮੈਨੂੰ ਕੋਈ ਗੱਲ ਨਹੀਂ ਜੀ। ਜ਼ਿੰਦਗੀ ਨਾਲ ਕੋਈ ਗਿਲਾ ਨਹੀਂਗਾ? ਇੰਨੇ ਦੁੱਖ ਦਿੱਤੇ ਰੱਬ ਨੇ। ਮੌਜ ਇਹਦੀ ਪਰਮਾਤਮਾ ਦੀ। ਜੇ ਤੁਹਾਡੀਆਂ ਅੱਖਾਂ
ਦੁਬਾਰਾ ਵਾਪਸ ਆ ਜਾਂਦੀਆਂ ਨੇ, ਕੀ ਚਾਹੁੰਦੇ ਹੋ, ਕੀ ਕਰੋਗੇ ਦੁਬਾਰਾ ਤੁਸੀਂ? ਬਸ ਜੇ ਮਹਾਰਾਜ ਕਿਰਪਾ ਕਰ ਦੇਵੇ ਜੀ ਆਪਣੀ ਜ਼ਿੰਦਗੀ ਦਾ ਸੁਧਾਰ ਕਰ ਲਾਂਗੇ। ਬਾਕੀ ਆਪਣੀ ਇਹਦੀ ਵੀ ਇਹਨੂੰ ਭਰਾ ਨੂੰ ਵੀ ਆਪਣਾ ਸਾਂਭੂਗਾ ਜੀ ਮੈਂ। ਬਾਕੀ ਆਪਣੀ ਬੇਟੀ ਨੂੰ ਵੀ ਕਦੇ ਕਦੇ ਕੰਨ ਟਿਕਾਣੇ ਲਾਵਾਂਗਾ ਜੀ, ਕੋਈ ਵਧੀਆ ਦੇਖ ਕੇ ਵੀ ਹਾਂ ਕੋਈ ਵਧੀਆ ਸਰਵਿਸ ਮਿਲ ਜਾਵੇ ਉਹਨੂੰ। ਜਿਸ ਤਰ੍ਹਾਂ ਆਪਾਂ ਕਹਿ ਕਹਿੰਦੇ ਪੰਜਾਬ ਪੁਲਿਸ 'ਚ ਮੇਰੀ ਖੁਆਇਸ਼ ਹੈ ਮੇਰੇ ਮਨ ਦੀ, ਉਸੇ ਤਰ੍ਹਾਂ ਉਹਦੀ ਜ਼ਿੰਦਗੀ ਦਾ ਵੀ ਸੁਧਾਰ ਕਰੂੰਗਾ ਜੀ। ਪਰਮਾਤਮਾ ਨੇ ਜਿਵੇਂ ਆ ਦੁਨੀਆ ਤੁਸੀਂ ਦੇਖੀ, ਜਦੋਂ ਪਹਿਲਾਂ ਤੁਸੀਂ ਦੁਨੀਆ ਦੇ ਕਈ ਰੰਗ ਦੇਖੇ ਨਾ, ਤੇ ਇੱਕਦਮ ਜਿਵੇਂ ਜ਼ਿੰਦਗੀ ਤੁਹਾਡੀ ਹਨੇਰੀ ਹੋ ਗਈ, ਰਾਤ ਹੋ ਗਈ, ਹਨੇਰੀ ਰਾਤ ਹੋ ਗਈ ਹੈ ਨਾ, ਤੇ ਉਸ ਤੋਂ ਬਾਅਦ ਤੁਹਾਨੂੰ ਯਾਦ ਆਉਂਦਾ ਕਿ ਜਦੋਂ ਉਹ ਪਲ ਸੀ ਜਦੋਂ ਤੁਸੀਂ ਸਾਰੀ ਦੁਨੀਆ ਨੂੰ ਦੇਖਦੇ ਸੀ, ਦੁਨੀਆ ਦੇ ਰੰਗ ਦੇਖਦੇ ਸੀਗੇ? ਹਾਂਜੀ ਹਾਂ, ਜੋ ਉਸ ਟਾਈਮ ਦੇ ਵਿੱਚ ਆਪਣੀ ਮੌਜ ਮਸਤੀ ਕੀਤੀ ਜੀ, ਬੈਠ ਕੇ ਯਾਰਾਂ ਬੇਲੀਆਂ ਡਰਾਈਵਰਾਂ ਨਾਲ, ਜਿਸ ਤਰ੍ਹਾਂ ਗੱਡੀ ਕੋਈ ਬੰਦ ਭਰਦੇ ਤੇ ਬਾਹਰ ਨੂੰ ਲੋਡ ਕਰਦੇ ਤੇ ਉਸ ਟਾਈਮ ਸਾਨੂੰ ਇੰਨਾ ਚਾਅ ਹੁੰਦਾ ਵੀ ਚਲੋ ਅਸੀਂ ਵਧੀਆ ਆਪਣੇ ਬਾਹਰ ਚੱਲੇ ਲੈ ਕੇ ਗੱਡੀ। ਅਤੇ ਬਾਕੀ ਉਹ ਜਦੋਂ ਯਾਦਾਂ ਆਉਂਦੀਆਂ ਪੁਰਾਣੀਆਂ ਮੇਰੇ ਦਿਮਾਗ ਦੇ ਵਿੱਚ, ਤਾਂ ਮੈਨੂੰ ਮਨ ਨੂੰ ਬਹੁਤ ਕਈ ਵਾਰ ਉਦਾਸੀ ਹੁੰਦੀ ਹੈ। ਕਦੇ ਜਿਹੜੇ ਡਰਾਈਵਰ ਭਰਾ ਤੁਹਾਡੇ ਨਾਲ ਆਏ ਇੱਥੇ ਮਿਲਣ ਤੁਹਾਨੂੰ, ਜਿਹੜੇ ਨਾਲ ਗੱਡੀਆਂ ਚਲਾਉਂਦੇ? ਹਾਂਜੀ ਹਾਂ। ਕੀ ਨਾਮ ਉਹਨਾਂ ਦਾ? ਉਹਨਾਂ ਦੀ ਰਾਏ ਤੋਂ ਜਸਵਿੰਦਰ ਸਿੰਘ। ਅੱਛਾ। ਹਾਂਜੀ, ਅਤੇ ਬਾਕੀ ਮੁੰਡਾ ਆਪਣੇ ਗੁਰਮੁਖਾ ਜੀ ਆਪਣੇ ਕਕਰਾਲਿਆਂ ਤੋਂ, ਅਤੇ ਹੋਰ ਵੀ ਕਾਫੀ ਡਰਾਈਵਰ ਜਾਣਦੇ ਨੇ ਖਮਾਣੋ ਯੂਨੀਅਨ 'ਚ ਵੀ। ਜੀ ਹਾਂਜੀ ਜੀ। ਸੋ ਦਰਸ਼ਕੋ, ਇਹ ਕਹਾਣੀ ਅਸੀਂ ਤੁਹਾਨੂੰ ਇਸ ਕਰਕੇ ਦਿਖਾਉਣੀ ਜ਼ਰੂਰੀ ਸਮਝੀ ਹੈਗੀ ਹੈ ਤਾਂ ਜੋ ਇਹ ਜੋ ਭਰਾ ਹੈਗੇ ਨੇ, ਨੇਤਰਹੀਨ ਹੈਗੇ ਨੇ, ਇਹਨਾਂ ਦੀ ਮਦਦ ਵੀ ਹੋ ਸਕੇ। ਅਤੇ ਇੱਕ ਇਹ ਵੀ ਹੈਗਾ ਕਿ ਸਾਡੀ ਸਰਕਾਰਾਂ ਦੀ ਬੜੀ ਵੱਡੀ ਰਿਸਪੋਂਸੀਬਿਲਿਟੀ ਬਣ ਜਾਂਦੀ ਹੈ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਲੋਕ ਉਹਨਾਂ ਨੂੰ ਚੁਣ ਕੇ ਭੇਜਦੇ ਹੁੰਦੇ ਨੇ। ਅਤੇ ਅੱਜ ਇਸ ਪਰਿਵਾਰ ਦੇ ਵਿੱਚ ਜਿਹੜੀ ਪੈਨਸ਼ਨ ਹੈਗੀ ਹੈ, ਇੱਕ ਭਰਾ ਨੂੰ ਤਾਂ 750 ਰੁਪਏ ਮਿਲ ਰਹੀ ਹੈ, ਦੂਜੇ ਦੀ ਉਹ ਵੀ ਬੰਦ ਕੀਤੀ ਹੋਈ ਹੈ। ਜਿਹੜੀ ਮਾਤਾ ਦੀ ਇਹਨਾਂ ਨੂੰ ਪੈਨਸ਼ਨ ਮਿਲਦੀ ਸੀ ਜਦੋਂ ਪਿਤਾ ਜੀ ਇਹਨਾਂ ਦੀ ਡੈਥ ਹੋਈ ਹੈ, ਉਹ ਪੈਨਸ਼ਨ ਵੀ ਜਿਹੜੀ ਹੈਗੀ ਹੈ ਉਹ ਹੁਣ ਕੇਸ ਕਰਕੇ ਉਹ ਵੀ ਬੰਦ ਕੀਤੀ ਹੋਈ ਹੈ। ਸੋ ਅੱਜ ਉਮੀਦ ਕਰਦੇ ਹਾਂ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਵੀ ਕਿ ਜੇ ਉਹ ਇਸ ਕਹਾਣੀ ਨੂੰ ਦੇਖ ਰਹੇ ਨੇ ਤਾਂ ਉਹ ਜ਼ਰੂਰ ਇਸ ਪਰਿਵਾਰ ਦਾ ਵੱਲ ਧਿਆਨ ਦੇਣ, ਕਿਉਂਕਿ ਪਿੱਛੇ ਕਈ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈਆਂ, ਕੈਪਟਨ ਸਾਹਿਬ ਨੇ ਉਹਨਾਂ ਦੀ ਮਦਦ ਕੀਤੀ ਹੈ। ਅਸੀਂ ਉਮੀਦ ਜ਼ਰੂਰ ਕਰ ਸਕਦੇ ਹਾਂ ਕਿ ਕੈਪਟਨ ਸਾਹਿਬ ਇਸ ਪਰਿਵਾਰ ਦੀ ਵੀ ਜ਼ਰੂਰ ਮਦਦ ਕਰਨਗੇ, ਕਿਉਂਕਿ ਬਹੁਤ ਔਖਾ ਹੋ ਜਾਂਦਾ ਹੈ ਜਦੋਂ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਹਨੇਰ ਭਰੀ ਹੋ ਜਾਏ। ਦੇਖਣਾ ਵੀ ਇਹ ਹੋਊਗਾ ਕਿ ਹੁਣ ਇਹ ਹਨੇਰੀ ਜ਼ਿੰਦਗੀ ਹੈਗੀ ਹੈ, ਇਸ ਹਨੇਰੀ ਜ਼ਿੰਦਗੀ ਦੇ ਵਿੱਚ ਹੁਣ ਸਵੇਰ ਕਦੋਂ ਹੋਏਗੀ। ਫਿਲਹਾਲ ਕੈਮਰਾਮੈਨ ਵੇਦਰਾਮ ਦੇ ਨਾਲ ਮੈਨੂੰ ਅਮਨ ਮੋਹਨ ਮੋਹਜਾਲ ਨੂੰ ਦਿਓ ਇਜਾਜ਼ਤ, ਤੇ ਤੁਸੀਂ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।